ਅਖੀਰ ਤੇ ਦੋ ਗੱਲਾਂ ਆ ਜਾਂਦੀਆਂ ਨੇ। ਮੇਰੀ ਬੇਨਤੀ ਪ੍ਰਵਾਨ ਕਰੋ, ਅਰਦਾਸ ਗੁਰਦੁਆਰੇ ਕਰਿਆ ਕਰੋ, ਸਵੇਰੇ ਸ਼ਾਮ ਦੁਪਹਿਰੇ ਜਦ ਵੀ ਕਰਨੀ। ਆਮ ਤੌਰ ਤੇ ਲੋਕਾਂ ਨੂੰ ਪੁੱਛੋ ਤੂੰ ਕੀ ਅਰਦਾਸ ਕੀਤੀ, ਕਹਿੰਦੇ ਸੁਖ ਸ਼ਾਂਤੀ ਰਹੇ ਘਰ 'ਚ। ਇਹ ਗਲਤ ਅਰਦਾਸ ਹੈ। ਮਹਾਰਾਜ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਤੁਸੀਂ ਜਦੋਂ ਵੀ ਮਹਾਰਾਜ ਦੇ ਮੂਹਰੇ ਖੜਨਾ ਇਹੀ ਕਹਿਣਾ, ਇੱਕ ਤਾਂ ਸਿੱਖੀ ਬਖਸ਼ੋ, ਪਰਿਵਾਰ ਨੂੰ ਵੀ ਸਿੱਖੀ ਬਖਸ਼ੋ, ਇੱਕ ਨਾਮਦਾਨ ਬਖਸ਼ੋ। ਇਹ ਦੋ ਚੀਜ਼ਾਂ ਕੀ ਚੀਜ਼ ਨੇ? ਜਿਵੇਂ ਕਿਸੇ ਬੰਦੇ ਨੇ ਕਿਹਾ, ਮੈਂ ਕੱਲ ਵੀ ਸਿੰਘਾਂ ਨੂੰ ਉਦਾਹਰਨ ਦਿੱਤੀ ਸੀ ਵੀ 1000 ਦੇ ਨੋਟ ਵਿੱਚ 10 ਨੋਟ 100 ਦੇ ਹੁੰਦੇ ਆ, ਪਰ 100 ਦੇ ਵਿੱਚ 1000 ਨਹੀਂ ਹੁੰਦਾ। ਇਹ ਦੋ ਚੀਜ਼ਾਂ ਜਿਹੜੇ ਬੰਦੇ ਕੋਲ ਹੈ, ਸਿੱਖੀ ਜਿਸ ਬੰਦੇ ਕੋਲ ਆ ਜੇ, ਜਿਸ ਬੰਦੇ ਕੋਲ ਨਾਮਦਾਨ ਆ ਜੇ, ਉਹਦੇ ਕੋਲ ਸਾਰਾ ਹੀ ਕੁਝ ਆ ਜਾਂਦਾ। ਜਿਹਦੇ ਕੋਲ ਸਿੱਖੀ ਹੈ ਤੇ ਨਾਮ ਹੈ, ਮਾਇਆ ਵੀ ਉਹਦੇ ਅੱਗੇ ਪਿੱਛੇ ਫਿਰਦੀ ਹੈ, ਵਡਿਆਈਆਂ ਵੀ ਉਹਦੇ ਅੱਗੇ ਪਿੱਛੇ ਫਿਰਦੀਆਂ। ਲੋਕੀ ਇੱਥੇ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਆਪਣੀਆਂ ਫੋਟੋਆਂ ਖਿਚਵਾਉਂਦੇ ਆ, ਅਖਬਾਰ 'ਚ ਲਵਾਉਂਦੇ ਆ। ਸਾਡੀ ਕਦੇ ਇੱਛਾ ਵੀ ਨਹੀਂ ਹੁੰਦੀ ਤਾਂ ਵੀ ਫੋਟੋਆਂ ਬਹੁਤ ਆਉਂਦੀਆਂ ਚਾਰੇ ਪਾਸੇ। ਪੂਰੀ ਦੁਨੀਆ ਵਿੱਚ ਕਰੋੜਾਂ ਲੋਕ ਸੀੜੀਆਂ ਸੁਣਦੇ ਆ, ਮਨ 'ਚ ਫੁਰਨਾ ਹੀ ਨਹੀਂ ਹੁੰਦਾ ਵੀ ਐ ਹੋ ਜੇ ਆ ਜਾਵੇ। ਕਿਉਂ? ਆਪਾਂ ਕਰਨਾ ਕੰਮ। ਜਿਹਨੇ ਕਰਨਾ ਕੰਮ ਉਹ ਵਡਿਆਈ ਦੀ ਇੱਛਾ ਨਹੀਂ ਰੱਖ ਕੇ ਚੱਲੇ। ਜਿਹਨੇ ਕਰਨੀ ਸੇਵਾ, ਹੁਣ ਭਾਈ ਮਤੀ ਦਾਸ ਨੇ ਇਹ ਥੋੜ੍ਹੀ ਕਿਹਾ ਸੀ ਮੀਡੀਆ ਸੱਦੋ ਵੀ ਪਹਿਲਾਂ ਮੇਰੀ ਫੋਟੋ ਖਿੱਚੋ, ਮੇਰੀ ਅਖਬਾਰ 'ਚ ਦਿਓ ਵੀ ਮੈਂ ਤਾਂ ਫੇਰ ਸ਼ਹੀਦੀ ਦਊਂਗਾ। ਨਹੀਂ, ਕਿਸੇ ਭਗਤ ਨੇ ਕਦੇ ਕਿਹਾ ਵੀ ਮੈਂ ਇੰਨੀ ਭਗਤੀ ਕੀਤੀ ਆ। ਉਹ ਜਿਹੜੀ ਚੀਜ਼ ਹੁੰਦੀ ਤਾਂ ਦੂਰੋਂ ਹੀ ਚਮਕ ਜਾਂਦੀ ਹੈ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਕਿਵੇਂ 15 ਭਗਤ ਭੱਟ ਬੈਠੇ ਨੇ ਮਹਾਰਾਜ ਦੇ ਵਿੱਚ। ਕਿਉਂ? ਕਿਉਂਕਿ ਜਿਹਨੇ ਜਿਹੜੀ ਕਮਾਈ ਕੀਤੀ ਉਹ ਵੈਸੇ ਆਪੇ ਹੀ ਚਮਕਣ ਲੱਗ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਸਭ ਤੋਂ ਪਹਿਲੀ ਜਿਹੜੀ ਸਿੱਖਿਆ, ਅੰਮ੍ਰਿਤ ਜ਼ਰੂਰ ਛਕਣਾ ਹੈ, 5 ਬਾਣੀਆਂ ਨਿਤਨੇਮ ਜ਼ਰੂਰ ਕਰਨਾ, ਰਹਿ ਰਾਸ ਕੀਰਤਨ ਸੋਲਾ। ਇਹ ਤੋਂ ਬਾਅਦ ਦੀ ਗੱਲ ਕਰਦਾ, 5 ਕਕਾਰਾਂ ਨੂੰ ਬਿਲਕੁਲ ਵਿਸਾਰਨਾ ਨਹੀਂ, 4 ਕੁਰੇਤਾਂ ਬਿਲਕੁਲ ਨਹੀਂ ਕਰਨੀਆਂ। ਅਗਲੀ ਗੱਲ ਹੁਣ ਇਹ ਦੇਖੀਏ ਵੀ ਆਪਾਂ ਮਹਾਰਾਜ ਤੋਂ ਨਾਮਦਾਨ ਤੇ ਸਿੱਖੀ ਦਾਨ ਮੰਗੀਏ। ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਹੋ, ਤੁਸੀਂ ਦੇਖੋ ਘਰਾਂ 'ਚ ਅਖੰਡ ਪਾਠ ਹੁੰਦੇ ਨੇ, ਗੁਰਦੁਆਰਿਆਂ 'ਚ ਹੁੰਦੇ ਨੇ। ਉਹ ਜੀ ਸਾਡਾ ਕਾਕਾ ਪਾਸ ਹੋ ਗਿਆ, ਜਾਂ ਸਾਡੇ ਵਿਆਹ, ਜਾਂ ਸਾਡੇ ਬਾਹਰ ਚਲਾ ਗਿਆ, ਜਾਂ ਸਾਡੀ ਆਹ ਗੱਲ, ਉਹਦੇ ਲਈ ਤੁਸੀਂ ਪਾਠ ਕਰਾਉਂਦੇ ਹੋ ਸਾਰੇ ਜਣੇ। ਤੁਹਾਡੇ 'ਚ ਕੋਈ ਸਿੱਖ ਇਹੋ ਜਿਹਾ ਵੀ ਹੈ ਜਿਹਨੇ ਅਖੰਡ ਪਾਠ ਘਰੇ ਕਰਾਇਆ ਵੀ ਇਹ ਮੰਗਿਆ ਵੀ ਸਾਡੇ ਟੱਬਰ ਨੂੰ ਸਿੱਖੀ ਮਿਲ ਜਾਏ, ਸਾਡੇ ਟੱਬਰ ਨੂੰ ਮਹਾਰਾਜ ਨਾਮਦਾਨ ਬਖਸ਼ੋ। ਜੇ ਕਾਕਾ ਬਹੁਤ ਪੈਸੇ ਕਮਾਉਂਦਾ, ਬਾਹਰ ਗਿਆ ਕਾਕਾ, ਕਾਕੇ ਤਾਂ ਮੇਰੇ ਕੋਲ ਰੋਂਦੇ ਤੁਹਾਡੇ ਸਾਰੇ ਬਾਹਰ। ਉਹ ਕਹਿੰਦੇ ਵੀ ਸ਼ਾਂਤੀ ਤਾਂ ਆਈ ਨਹੀਂ, ਟਿਕਾਉ ਨਹੀਂ ਆਇਆ। ਕਿਉਂਕਿ ਬਾਹਰ ਜਾ ਕੇ ਜਾਂ ਇੱਥੇ ਜਿੰਨੀ ਸਿੱਖੀ ਨੂੰ ਛੱਡ ਕੇ ਜਿੰਨਾ ਕੁਝ ਹੋ ਰਿਹਾ, ਇਹ ਸਾਰਾ ਐਵੇਂ ਹੀ ਬੇਕਾਰ ਹੀ ਹੋ ਰਿਹਾ ਮੇਰੇ ਖਿਆਲ 'ਚ। ਮਹਾਰਾਜ ਕਹਿੰਦੇ ਨੇ ਨਾਲ ਬਈ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆਓ ਸਤਿਗੁਰੂ ਅੱਗੇ ਜਿਵੇਂ ਅਰਦਾਸ ਅੱਜ ਆਈ ਹੈ, ਮਹਾਰਾਜ ਪਹਿਲੇ ਪਾਤਸ਼ਾਹ ਸ਼ਬਦ ਆਪਾਂ ਨੂੰ ਬਖਸ਼ਿਸ਼ ਹੋਇਆ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਉਹਨਾਂ ਨੇ ਮੰਗਣੀ ਦੱਸੀ ਪਹਿਲੇ ਪਾਤਸ਼ਾਹ ਨੇ। ਸ਼ਲੋਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇਹ ਮੈਂ, ਤੂੰ ਸਮਰੱਥ ਦਾਤਾਰ। ਗੁਰੂ ਨਾਨਕ ਦਾ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਜੀ, ਨਿਰੰਕਾਰ ਜੀ ਦੇ ਅੱਗੇ ਬੇਨਤੀ ਕੀਤੀ ਹੈ। ਔਰ ਆਪਾਂ ਸਤਿਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਕਰਨੀ ਹੈ, ਸਤਿਗੁਰੂ ਜੀ ਮੈਨੂੰ ਭੀਖਿਆ ਦਿਓ, ਮੈਂ ਮੰਗਤਾ ਹਾਂ, ਤੁਹਾਡਾ ਭਿਖਾਰੀ ਹਾਂ। ਹਮ ਭੀਖ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਅਸੀਂ ਭਿਖਾਰੀ ਹਾਂ, ਆਪ ਕਿਰਪਾ ਕਰੋ। ਹਮ ਭੀਖਕ ਭਿਖਾਰੀ ਤੇਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਿਖਾਰੀ ਬਣ ਜਾਓ। ਆਪਾਂ ਕਿਸੇ ਵੀ ਚੀਜ਼ ਲਈ ਦੁਨੀਆ 'ਚ ਕਿਸੇ ਦੇ ਭਿਖਾਰੀ ਹੋ ਜਾਂਦੇ ਆ, ਪਰ ਸਤਿਗੁਰ ਦੇ ਭਿਖਾਰੀ ਬਣਨਾ ਸਿੱਖੋ।
ਤੂੰ ਸਮਰੱਥ ਦਾਤਾਰ, ਤੂੰ ਹੀ ਸਾਰਿਆਂ ਪਾਸਿਆਂ ਤੋਂ ਸਮਰੱਥ ਦਾਤਾ ਹੋ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਮਹਾਰਾਜ ਕਹਿੰਦੇ ਨੇ ਜਦੋਂ ਆਪਾਂ ਨੀਵੇਂ ਹੋ ਕੇ ਮੰਗਾਂਗੇ ਦਾਤ ਸਿੱਖੀ ਦੀ, ਨਾਮਦਾਨ ਦੀ, ਕੀ ਦਾਤ ਮੰਗੀ ਹੈ? ਹਉ ਮੈਂ ਗਰਭ ਨਿਵਾਰੀ ਹੈ। ਮਹਾਰਾਜ ਮੇਰੇ ਅੰਦਰ ਨਾ ਇਹ ਇੱਕ ਤੇ ਹਰ ਵਕਤ ਸਰੀਰ ਕਰਕੇ ਵੀ ਹਉ ਹਉ ਕਰਦਾ ਫਿਰਦਾ, ਮੈਂ ਗਰਭ ਅੰਦਰ, ਮਨ ਦੇ ਅੰਦਰ ਮਾਇਆ ਦਾ, ਪੜ੍ਹਾਈ ਦਾ, ਹੋਰ ਜਾਤ ਦਾ, ਕਿਉਂਕਿ ਜਾਤ ਕਾ ਗਰਭ ਨਾ ਕਰੀਓ ਕੋਈ। ਹਉ ਮੈਂ ਗਰਭ ਨਿਵਾਰੀਆ। ਇਹ ਮਹਾਰਾਜ ਸ਼ਲੋਕ ਪੜ੍ਹਦੇ ਆ, ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਕਾਮ ਕ੍ਰੋਧ ਅਹੰਕਾਰ, ਮਹਾਰਾਜ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਨਾ, ਜੇ ਤੁਸੀਂ ਮੈਨੂੰ ਭੀਖਿਆ ਦੇਣੀ ਆ, ਇੱਕ ਤੇ ਇਹਨਾਂ ਨੂੰ ਦੂਰ ਕਰੋ। ਬੇਨਤੀ ਤਾਂ ਕਰੋ ਨਾ। ਹੁਣ ਤੁਹਾਡੀਆਂ ਅਰਦਾਸਾਂ ਰੋਜ਼ ਦੀਆਂ ਉਹੀ, ਤੁਸੀਂ ਆਪਣੇ ਘਰਾਂ ਦੀਆਂ ਅਰਦਾਸਾਂ ਕਰਦੇ ਰਹਿੰਦੇ ਹੋ, ਪਰ ਮਹਾਰਾਜ ਦੀ ਅਰਦਾਸ ਇਹ ਹੈ, ਲੱਭ ਲੋਭ ਪਰ ਜਾਲੀਆ। ਪਰ ਹੁੰਦਾ ਵਿਸ਼ੇਸ਼ ਕਰਕੇ ਜਾਲੀਆ ਹੁੰਦਾ, ਸਾੜ ਦਿਓ ਇਹਨਾਂ ਨੂੰ, ਲੱਭ ਖਾਣ ਦਾ, ਲੋਭ ਜੋੜਨ ਦਾ। ਇਹ ਮਨ ਦੇ ਅੰਦਰ ਹਮੇਸ਼ਾ ਲੋਭ ਹੁੰਦਾ, ਹੋਰ ਪੈਸਾ ਆ ਜੇ, ਹੋਰ ਆ ਜੇ, ਹੋਰ ਆ ਜੇ, ਹੋਰ ਆ ਜੇ, ਬਸ ਐਵੇਂ ਹੀ ਖੁਸ਼ ਹੁੰਦਾ ਰਹਿੰਦਾ। ਜਿਵੇਂ ਕਹਿੰਦੇ ਕੋਈ ਰਾਜਾ ਸੀ, ਉਹਨੇ ਸੋਨੇ ਦੀਆਂ ਇੱਟਾਂ ਚਿਣਨੀਆਂ ਸ਼ੁਰੂ ਕਰ ਲਈਆਂ ਆਪਦੇ ਤਹਿਖਾਨੇ 'ਚ। ਉਹ ਜਾ ਕੇ ਰੋਜ਼ ਇੱਟਾਂ ਗਿਣੇ, ਹੁਣ ਇੰਨੀਆਂ ਹੋ ਗਈਆਂ, ਇੰਨੀਆਂ ਹੋ ਗਈਆਂ, ਬੜੀ ਉੱਚੀ ਕੰਧ ਬਣ ਗਈ। ਬੜਾ ਖੁਸ਼ ਹੈ, ਉਹਨੂੰ ਹਲਾ ਹਲਾ ਦੇਖਦਾ, ਉਹ ਉੱਤੇ ਡਿੱਗ ਪਈ ਕੰਧ, ਉਹ ਸੋਨੇ ਦੇ ਥੱਲੇ ਹੀ ਆ ਕੇ ਮਰ ਗਿਆ। ਮਹਾਰਾਜ ਕਹਿੰਦੇ ਇਹ ਤੁਸੀਂ ਜਿਹੜਾ ਲੋਭ ਕਰਦੇ ਜੋੜਨ ਦਾ, ਲੱਭ ਹੁੰਦਾ ਖਾਣ ਦਾ। ਆਹ ਹੁਣ ਲੱਭ ਹੀ ਹੈ ਮੀਟ ਖਾਣਾ, ਸ਼ਰਾਬ ਪੀਣੀ, ਨਸ਼ੇ ਕਰਨੇ, ਗੁਰਮਤ ਤੋਂ ਉਲਟ ਚੀਜ਼ਾਂ ਖਾਣੀਆਂ। ਮਹਾਰਾਜ ਕਹਿੰਦੇ ਨਾਮ ਮਿਲੈ ਆਧਾਰ। ਤੁਸੀਂ ਜੇ ਮੰਗਣਾ ਤਾਂ ਨਾਮ ਦਾ ਆਧਾਰ ਮੰਗੋ, ਆਸਰਾ ਮੰਗੋ। ਸਾਚਾ ਨਾਮ ਮੇਰਾ ਆਧਾਰ ਹੋ। ਆਨੰਦ ਸਾਹਿਬ ਥੋੜਾ ਹੌਲੀ ਪੜ੍ਹ ਲਿਆ ਕਰੋ। ਇੱਕ ਰੂਟੀਨ ਦੀ ਬਾਣੀ ਤੋਂ ਕੰਠ ਹੋ ਜਾਂਦੀ ਨਾ, ਉਹ ਫਿਰ ਜੀ ਵੀ ਪੜ੍ਹੀ ਜਾਂਦੀ ਇਕੱਲੀ। ਆ ਪਹਿਲਾਂ ਆਪਣੇ, ਹੁਣ ਤਾਂ ਸਿਸਟਮ ਹੋਰ ਆ ਗਏ, ਹੁਣ ਵੀ ਚੱਲਦੀ ਨੇ ਨਿਊਟਰਲ ਪੁਲੀ ਖੇਤਾਂ 'ਚ। ਉਹ ਜੇ ਨਿਊਟਰਲ ਪੁਲੀ ਤੇ ਪਟਾ ਕਰ ਦੋ, ਉਹ ਘੁੰਮੀ ਜਾਂਦੀ, ਬਸ ਪਾਣੀ ਤਾਂ ਨਿਕਲਦਾ ਹੀ ਨਹੀਂ, ਕਿਉਂਕਿ ਤਾਂ ਨਿਊਟਰਲ ਘੁੰਮ ਰਹੀ ਹੈ। ਪਾਣੀ ਤਾਂ ਘੁੰਮੇ ਜੇ ਦੂਜੀ ਪੁਲੀ ਤੇ ਕਰੀਏ ਪਟਾ। ਤੁਸੀਂ ਹੁਣ ਨਿਊਟਰਲ ਪੁਲੀ ਤੇ ਹੀ ਚੱਲਦਾ ਕੰਮ ਸਭ ਦਾ, ਰਸ ਰੁਸ ਕੋਈ ਨਹੀਂ ਆਉਂਦਾ। ਬਾਣੀ ਕੰਠ ਹੈ, ਦੜਾ ਦੜ ਪੜ੍ਹਤੀ, ਰਹਿ ਰਾਸ ਪੜ੍ਹਤੀ, ਜਪਜੀ ਸਾਹਿਬ ਪੜ੍ਹਤਾ, ਮੈਂ ਆਪ ਪੜ੍ਹਤਾ, ਅੰਦਰ ਤਾਂ ਗਿਆ ਹੀ ਨਹੀਂ, ਇਹ ਬਾਹਰ ਹੀ ਹੈ ਬਸ। ਮਹਾਰਾਜ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸ਼ਬਦ ਨਾਲ ਪਿਆਰ ਕਰੋ, ਸਾਚਾ ਨਾਮ ਮੇਰਾ ਆਧਾਰੋ। ਐ ਜੁੜ ਕੇ ਕੀਰਤਨ ਸੁਣਿਆ ਕਰੋ। ਹੁਣ ਤਾਂ ਤੁਹਾਡੇ ਘਰਾਂ 'ਚ ਚੱਲਦਾ ਹੈ, ਹਰਿਮੰਦਰ ਸਾਹਿਬ ਤੋਂ ਸਵੇਰੇ ਸ਼ਾਮ, ਹੋਰ ਵੀ ਬੜੇ ਸਟੇਸ਼ਨਾਂ ਤੇ ਕੀਰਤਨ ਆਉਂਦਾ। ਉਸ ਸੀੜੀਆਂ ਤੁਹਾਡੇ ਕੋਲ, ਟੇਪ ਰਿਕਾਰਡਾਂ ਤੁਹਾਡੇ ਕੋਲ, ਹਰ ਇੱਕ ਚੀਜ਼ ਤੁਹਾਡੇ ਕੋਲੇ। ਤੁਸੀਂ ਸਾਰੇ ਜਾਣੇ ਕਦੇ ਤਾਂ ਜੁੜੋ, 1 ਮਿੰਟ ਜੁੜ ਜਾਓ ਰੱਬ ਨਾਲ, 2 ਮਿੰਟ ਤਾਂ ਜੁੜੋ। ਤੁਸੀਂ ਤਾਂ 24 ਘੰਟੇ ਮਾਇਆ ਨਾਲ ਹੀ ਜੁੜੇ ਰਹਿੰਦੇ ਹੋ। ਦੇਖੋ 1 ਮਿੰਟ ਰੱਬ ਨਾਲ ਜੁੜ ਜਾਓ, ਸਿਰਫ 1 ਮਿੰਟ, ਤੁਸੀਂ ਕਹੋਗੇ ਬੜੀ ਸ਼ਾਂਤੀ ਬਣੀ ਅੱਜ। ਆ ਮੈਨੂੰ ਕਈ ਪੁੱਛਣਗੇ, ਕਈ ਅਭਿਆਸੀ ਆ ਜਾਂਦੇ, ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ। ਸਾਰੇ ਤੁਸੀਂ ਵੀ ਕਹਿੰਦੇ ਮਨ ਨਹੀਂ ਟਿਕਦਾ। ਮਨ ਨੂੰ ਟਿਕਾਉਣ ਦਾ ਢੰਗ ਹੈ ਬਈ, ਜਪਜੀ ਸਾਹਿਬ ਸਿਰੇ ਸ਼ੁਰੂ ਕਰੋ। ਕਾਰ ਦੇ ਵਿੱਚ ਕੀ ਹੁੰਦਾ, ਕਾਰ ਵਿੱਚ ਜਦੋਂ ਸਕੂਟਰ ਜਾਂ ਕਾਰ ਚਲਾਉਂਦੇ ਆ, ਪਹਿਲਾ ਗੇਅਰ, ਫਿਰ ਦੂਜਾ ਗੇਅਰ, ਫਿਰ ਤੀਜਾ, ਫਿਰ ਚੌਥਾ, ਫਿਰ ਪੰਜਵਾਂ, ਹੁਣ 6ਵੇਂ ਵਾਲੀ ਵੀ ਆ ਗਈ। 6ਵੇਂ ਗੇਅਰ 'ਚ ਭਾਵੇਂ 200 ਤੇ ਭਜਾ ਲਓ ਗੱਡੀ। ਉਧਰ ਤਾਂ ਗੱਡੀ ਭਜਾਉਣੀ ਹੈ, ਇੱਧਰ ਭਜਾਉਣੀ ਨਹੀਂ।
ਨਾਮ ਜਪਣ ਵਿੱਚ ਕਾਹਲ ਨਹੀਂ ਕੰਮ ਕਰਦੀ, ਨਾਮ ਜਪਣ ਵਿੱਚ ਸਹਿਜ ਕੰਮ ਕਰਦਾ। ਟਿਕੇ ਸਮੇਂ ਵਿੱਚ ਟਿਕਾਓ ਵਿੱਚ ਅੰਮ੍ਰਿਤ ਵੇਲੇ ਬੈਠੋ, ਰਾਤ ਨੂੰ ਜਾਂ ਸੌਣ ਵੇਲੇ ਸਾਰੇ ਸੌਂ ਗਏ, ਕਾਂਤ ਵਿੱਚ ਬੈਠ ਜਾਓ। ਰਾਤ ਨੂੰ ਚੌਪੀ ਸਾਹਿਬ ਕਰ ਲਓ, ਸੁਖਮਨੀ ਸਾਹਿਬ ਕਰ ਲਓ। ਜਪਜੀ ਸਾਹਿਬ ਆਪਾਂ ਸਵੇਰੇ 12 ਸਵਾ 12 ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਸ਼ਾਮ ਨੂੰ ਰਹਿ ਰਾਸ ਤੱਕ ਹੀ ਕਰ ਸਕਦੇ ਹਾਂ। ਰਹਿ ਰਾਸ ਤੋਂ ਬਾਅਦ ਜਪਜੀ ਸਾਹਿਬ ਨਹੀਂ ਪੜ੍ਹੀਦਾ, ਇਹ ਵੀ ਕਿਸੇ ਨੇ ਦੱਸਿਆ ਨਹੀਂ ਹੋਣਾ ਤੁਹਾਨੂੰ। ਇੱਕ ਓਂਕਾਰ, ਪਹਿਲਾਂ ਜਿਹੜਾ ਪਹਿਲਾ ਅੱਖਰ ਹੈ ਨਾ ਉਹਨੂੰ 10 ਕੁ ਵਾਰੀ ਕਹੋ, ਇੱਕ ਓਂਕਾਰ। ਇਹਦਾ ਭਾਵ ਅਰਥ ਕੀ ਹੈ? ਇੱਕ ਅਦਵੈਤ ਸਰੂਪ ਪਰਮਾਤਮਾ ਓਂਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਨਾਮ, ਇਹਨੂੰ ਮਨ 'ਚ ਬਿਠਾਓ, ਸਤਨਾਮ। ਫਿਰ ਕਰਤਾ ਪੁਰਖ, ਕਰਤਾ ਕੌਣ ਹੈ? ਪੁਰਖ ਕੀ ਦਾ ਭਾਵ ਅਰਥ ਹੈ? ਨਿਰਭਉ ਨਿਰਵੈਰ। ਸਵੇਰੇ ਉੱਠ ਕੇ ਜਾਂ ਜਪਜੀ ਸਾਹਿਬ ਸ਼ੁਰੂ ਕਰਨਾ, ਇੰਨਾ ਹੌਲੀ ਕਰ, ਹੌਲੀ ਹੌਲੀ ਕਰਦੇ। ਆ 2 4 5 ਪੌੜੀਆਂ ਤੱਕ ਬੜਾ ਸੋਹਣਾ ਮਨ ਟਿਕਿਆ ਰਿਹਾ, ਜੀਭ ਬੋਲਦੀ ਰਹੀ ਤੇ ਮਨ ਗਿਆ ਵੀ ਅੱਜ ਮਟਰਾਂ ਨੂੰ ਬੀਜਣਾ ਹੈ, ਅੱਜ ਉਹ ਕਰਨਾ ਹੈ, ਇੱਥੇ ਜਾਣਾ ਹੈ। ਚਲੋ ਜੀ, ਮਨ ਖੇਤਾਂ ਜਾ ਵੜਿਆ, ਮਨ ਕਿਤੇ ਹੋਰ ਜਾ ਵੜਿਆ, ਮਨ ਕਿਤੇ ਹੋਰ ਚਲਿਆ ਗਿਆ। ਇਹ ਜਪਜੀ ਸਾਹਿਬ ਦੀ 20-25 ਕੁ ਪੌੜੀਆਂ ਤੇ ਫੇਰ ਮੁੜਿਆ ਆ। ਫਿਰ ਚੇਤਾ ਜਾਇਆ ਮੈਂ ਤਾਂ ਪਾਠ ਕਰਦਾ ਸੀ, ਕਿਤੇ ਹੋਰ ਹੀ ਘੁੰਮ ਗਏ ਕੰਮ। ਉਹ ਜਿੰਨਾ ਤੁਹਾਡਾ 5ਵੀਂ ਪੌੜੀ ਤੋਂ 20ਵੀਂ ਪੌੜੀ ਤੱਕ ਪਾਠ ਦਾ ਛੱਡਿਆ ਗਿਆ ਨਾ, ਉੱਥੋਂ ਮਨ ਨੂੰ ਕਹੋ ਆ ਜਾ, ਇਹ ਆਪਾਂ 5ਵੀਂ ਤੋਂ ਹੀ ਲੱਗਾਂਗੇ। ਤੂੰ ਤਾਂ ਨਹੀਂ ਨਾ ਸੁਣਿਆ, ਤੂੰ ਤਾਂ 20ਵੀਂ ਤੇ ਤੱਕ ਮੌਜਾਂ ਕਰਕੇ ਆ ਗਿਆ, ਆ ਜਾ ਵਾਪਸ। 5ਵੀਂ ਪੌੜੀ ਤੋਂ ਹੀ ਦੁਬਾਰਾ ਲਾਉਣਾ ਮਨ ਨੂੰ। ਫਿਰ ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਸੁਣਦਾ ਸੁਣਦਾ 10 ਕੁ ਪੌੜੀਆਂ ਤੱਕ ਜਾ ਕੇ ਫੇਰ ਚਲਾ ਗਿਆ ਬਾਹਰ ਨੂੰ। ਕਿਉਂ? ਅੰਦਰ ਕਾਹਲ ਪਈ ਹੈ ਵੀ ਹੁਣ ਦਿਨ ਚੜੂਗਾ, ਉਹ ਪਟਿਆਲੇ ਆਹ ਚੀਜ਼ ਲੈਣ ਜਾਣੀ ਹੈ, ਫਲਾਨੇ ਆ ਜਾਣੀ ਹੈ, ਕਿ ਜਿਹਨੇ ਦਫ਼ਤਰ ਜਾਣਾ ਉਹ ਆਪਣੇ ਦਫ਼ਤਰ ਦੇ ਵੱਲ। ਉਹ ਸਾਰਾ ਮਨ ਫੇਰ ਦੌੜ ਗਿਆ 10 ਪੌੜੀਆਂ ਤੋਂ ਬਾਅਦ। ਹੁਣ ਫੇਰ ਮੁੜਿਆ 30 ਪੌੜੀਆਂ ਤੇ ਮੁੜਿਆ। ਉਹਨੂੰ ਮਨ ਨੂੰ ਸਮਝਾਓ ਵੀ ਦੇਖ, ਉਹ ਤਾਂ ਤੂੰ ਸੁਣਿਆ ਹੀ ਨਹੀਂ, ਤੂੰ ਤਾਂ 10ਵੀਂ ਪੌੜੀ ਤੇ ਬਾਹਰ ਚਲਾ ਗਿਆ ਸੀ, ਉੱਥੋਂ ਹੀ ਫੇਰ ਲੱਗ। ਫਿਰ 10ਵੀਂ ਪੌੜੀ ਤੋਂ ਲਾਇਆ, ਫੇਰ ਗਿਆ, ਫੇਰ ਲਾਇਆ, ਫੇਰ ਗਿਆ। ਇਹ 10-15 ਦਿਨ ਖੇਡ ਚੱਲੂਗੀ ਤੁਹਾਡੀ। ਫਿਰ ਮਨ 'ਚ ਇੱਕ ਗੱਲ ਆਊਗੀ ਕਿ ਮਨ ਇਹ ਕਹਿੰਦਾ ਵੀ ਇਹ ਬੰਦਾ ਹੁਣ ਕਰੜਾ ਹੋ ਗਿਆ ਅੱਗੇ ਨਾਲੋਂ, ਇਹ ਤਾਂ ਉਲਟਾ ਮੇਰਾ ਜ਼ਿਆਦਾ ਹੀ ਟਾਈਮ ਲੱਗ ਗਿਆ, ਵੀ 1 ਘੰਟਾ 2 ਘੰਟੇ ਲੱਗ ਗਿਆ ਅੱਜ ਤਾਂ ਜਪਜੀ ਸਾਹਿਬ ਤੇ। ਫਿਰ ਮਨ ਇਹ ਸਲਾਹ ਕਰ ਲੈਂਦਾ ਵੀ ਮੈਂ ਸਾਰਾ ਪਾਠ ਮੁਕਾ ਕੇ ਹੀ ਜਾਊਂਗਾ, ਵੀ ਹੁਣ ਨਹੀਂ ਜਾਂਦਾ ਮੈਂ। ਮੁੜ ਕੇ ਤੁਹਾਡਾ ਮਨ ਜਦੋਂ ਨਾ ਅੱਧਾ ਜਪਜੀ ਸਾਹਿਬ ਸੁਣ ਗਿਆ, ਫਿਰ ਸਾਰਾ ਜਿੱਦਣ ਸੁਣ ਗਿਆ, ਇੱਕ ਜਪਜੀ ਸਾਹਿਬ ਜਿੱਦਣ ਤੁਸੀਂ ਪੂਰਾ ਸੁਣ ਲਿਆ ਨਾ, ਬਸ ਇਹ ਮੰਜ਼ਿਲ ਹੈ। ਉਦਣ ਟਿਕ ਜਾਣਾ, ਰਸ ਆ ਜਾਣਾ, ਇਕਾਗਰਤਾ ਹੋ ਜਾਣੀ ਹੈ, ਸ਼ਾਂਤੀ ਹੋ ਜਾਣੀ ਹੈ। ਮਨ ਨੂੰ ਫਿਰ ਗਿਆਨ ਹੋਊਗਾ ਵੀ ਉਹ ਇਹ ਅਸਲ ਜਿਹੜੀ ਮੈਂ ਚੀਜ਼ ਬਾਹਰ ਲੱਭਦਾ ਸੀ ਨਾ, ਉਹ ਤਾਂ ਅੰਦਰ ਹੀ ਹੈ। ਜਿੱਦਣ ਇੱਕ ਜਪਜੀ ਸਾਹਿਬ ਵਿੱਚ ਆਨੰਦ ਆ ਗਿਆ ਨਾ, ਤੁਹਾਡਾ ਮਨ ਟਿਕਾਓ 'ਚ ਹੋ ਗਿਆ, ਸ਼ਾਂਤੀ ਆ ਗਈ, ਤੁਹਾਡੇ ਮਨ 'ਚ ਆਵਾਜ਼ ਆਉਣੀ ਵੀ ਇੱਕ ਜਪਜੀ ਸਾਹਿਬ ਹੁਣ ਹੋਰ ਕਰ ਲਈਏ, ਬੜਾ ਠੰਡ ਜਿਹੀ ਪਈ ਹੈ। ਜਿਵੇਂ ਕੋਈ ਸਵਾਦ ਚੀਜ਼ ਆਪਾਂ ਖਾਂਦੇ ਹਾਂ, ਕਹਿੰਦੇ ਵੀ ਹੋਰ ਲਿਆ 1 ਪਲੇਟ, ਬੜਾ ਸਵਾਦ ਗਜਰੇਲਾ ਬਣਿਆ ਬਈ, ਮਨ ਟਿਕ ਗਿਆ ਨਾ ਗਜਰੇਲੇ 'ਚ। ਇੱਕ ਜਪਜੀ ਸਾਹਿਬ ਪੜ੍ਹਿਆ, ਦੂਜਾ ਪੜ੍ਹਿਆ, ਤੀਜਾ ਪੜ੍ਹਿਆ, ਚੌਥਾ ਪੜ੍ਹਿਆ, 5ਵਾਂ ਪੜ੍ਹਿਆ, ਟਿਕਾ ਬਣ ਗਿਆ। ਹੁਣ ਘਰ ਦੇ ਕਹਿੰਦੇ ਕੋ ਖਾ ਲਓ, ਰੋਟੀ ਖਾ ਲਓ, TV ਦੇਖ ਲਓ, ਬੁਲਾਓ ਨਾ, ਬਸ ਜੁੜਿਆ ਬੈਠਾ। ਹੁਣ ਜਦੋਂ ਜੁੜ ਗਿਆ, ਸੁਖਮਨੀ ਸਾਹਿਬ 'ਚ ਵੀ ਜੁੜ ਗਿਆ, ਕੀਰਤਨ ਆਇਆ ਉਹ 'ਚ ਵੀ ਜੁੜ ਗਿਆ। ਉਹ ਜੁੜੇ ਹੋਏ ਮਨ ਵਿੱਚ ਜਿਵੇਂ ਇੰਨਾ ਟਿਕਾ ਬਣ ਗਿਆ, ਇਕਾਗਰਤਾ ਸ਼ਾਂਤੀ ਬਣੀ। ਜਿਹੜੀ ਇਕਾਗਰਤਾ ਸ਼ਾਂਤੀ ਤੁਹਾਨੂੰ ਅਰਬਾਂ ਰੁਪਈਆਂ 'ਚ ਨਹੀਂ ਮਿਲਣੀ, ਉਹ ਏਦਾਂ ਮਿਲਣੀ ਹੈ। ਇਸੇ ਚੀਜ਼ ਨੂੰ ਸਾਰੇ ਭਾਲਦੇ ਫਿਰਦੇ ਆ।
USA ਦੇ ਵਿੱਚ ਇੱਕ ਬਜ਼ੁਰਗ ਸੀ, ਬੜੇ ਪੈਸੇ ਵਾਲਾ। ਉਹ ਮੈਨੂੰ ਅੰਦਰ ਬਿਠਾਏ, ਕਹਿੰਦਾ ਮੈਂ ਇਕੱਲਿਆਂ ਗੱਲ ਕਰਨੀ ਹੈ, ਪਰਿਵਾਰ ਤੋਂ ਪਾਸੇ ਲੈ ਕੇ। ਕਹਿੰਦਾ ਹੋ ਗਏ 30-40 ਸਾਲ ਗਿਆਨੀ ਜੀ ਇੱਥੇ ਆ, ਬਹੁਤ ਕੈਲੀਫੋਰਨੀਆ 'ਚ ਮੇਰੀ ਜ਼ਮੀਨ ਆ, ਕਾਕਿਆਂ ਕੋਲ ਵੀ ਘਰ ਹੈ, ਵਿਆਹੇ ਵੀ ਗਏ, ਗੱਡੀਆਂ ਵੀ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ, ਪੈਸਾ ਵੀ ਬੜਾ, ਸੋਨਾ ਵੀ 4-5 ਕਿਲੋ ਹੈਗਾ ਸਾਡੇ ਕੋਲ, ਸਾਰਾ ਕੁਛ। ਅੱਜ ਬੜੀ ਕਿਰਪਾ ਗੁਰੂ ਦੀ। ਪਰ ਕਹਿੰਦਾ ਉਹ ਗੱਲ ਜੀ ਨਹੀਂ ਬਣੀ। ਮੈਂ ਕਿਹੜੀ? ਕਹਿੰਦਾ ਜੋ ਬਣਨੀ ਚਾਹੀਦੀ ਸੀ। ਮੈਂ ਕਿਹਾ ਤੂੰ ਚਾਹੁੰਦਾ ਨਾ ਅੰਦਰਲੀ ਸ਼ਾਂਤੀ? ਕਹਿੰਦਾ ਹਾਂ। ਕਹਿੰਦਾ ਜਿੱਦਣ ਤੋਂ ਚੱਲੇ ਆ ਵੀ ਜੇ ਆਹ ਕਮਾ ਲਈ, ਆਹ ਕਰ, ਨਿਆਣੇ ਵੀ ਸੈੱਟ ਹੋ ਗਏ, ਹੁਣ ਸਭ ਕੁਛ ਵੀ ਹੋ ਗਿਆ, ਪਰ ਅੰਦਰ ਤੜਫੀ ਜਾਂਦਾ। ਉਹ ਅੰਦਰ ਮਾਇਆ ਨੇ ਤਾਂ ਨਹੀਂ ਸ਼ਾਂਤ ਕਰਨਾ, ਅੰਦਰ ਸੋਨੇ ਨੇ ਨਹੀਂ ਸ਼ਾਂਤ ਕਰਨਾ, ਅੰਦਰ ਜ਼ਮੀਨ ਨੇ ਨਹੀਂ ਸ਼ਾਂਤ ਕਰਨਾ। ਇਹ ਸ਼ਾਂਤੀ ਵਾਲੀਆਂ ਚੀਜ਼ਾਂ ਨਹੀਂ, ਇਹ ਤਾਂ ਲੜਾਈ ਵਾਲੀਆਂ ਚੀਜ਼ਾਂ। ਜਰ ਜੋਰੂ ਜ਼ਮੀਨ, ਤਿੰਨ ਪਿੱਛੇ ਹੀ ਲੜਾਈ ਹੋਈ ਦੁਨੀਆ 'ਚ ਅੱਜ ਤੱਕ। ਪਿਛਲਾ ਇਤਿਹਾਸ, ਰਾਵਣ ਦੀ ਲੜਾਈ, ਕੈਰਵਾਂ ਪਾਂਡਵਾਂ ਦੀ, ਦ੍ਰੋਪਦੀ ਪਿੱਛੇ ਲੜਾਈ, ਇਤਿਹਾਸ ਸਾਰਾ ਦੇਖ ਲਓ। ਜ਼ਮੀਨ ਪਿੱਛੇ ਲੜਾਈ, ਰਾਜਾਂ ਪਿੱਛੇ ਲੜਾਈ ਹੁੰਦੀ ਹੈ। ਲੜਾਈ ਹੈ। ਸ਼ਾਂਤੀ ਤਾਂ ਹੈ ਬਾਣੀ ਵਿੱਚ। ਟਿਕਾ ਨਾਲ ਬੈਠੋ, ਅੰਦਰ ਜੁੜ ਜਾਓ। ਗਲਤ ਰਸਤੇ ਚੱਲੇ ਹੋਏ ਆ। ਜਦੋਂ ਅੰਦਰਲੀ ਸ਼ਾਂਤੀ ਆ ਗਈ, ਕਹਿੰਦੇ ਉਹ ਬੰਬੇ ਵਿੱਚ ਇੱਕ ਸੀਗਾ ਲੜਕਾ ਸੀ, ਬੜਾ ਪੈਸੇ ਸੀ ਉਹਦਾ, ਉਹ ਪਿਓ ਮਰ ਗਿਆ, ਉਹਦਾ ਅਰਬਾਂ ਦੀ ਫੈਕਟਰੀਆਂ ਸੀ। ਉਹ ਪਿਛਲਾ ਕੋਈ ਭਗਤ ਜੰਮਿਆ ਉਹਨਾਂ ਦੇ ਘਰੇ। ਉਹਨੇ ਉਹਨਾਂ ਜ਼ਮਾਨਿਆਂ 'ਚ 5 ਲੱਖ ਰੁਪਈਆ ਬੈਂਕ 'ਚ ਰੱਖ ਕੇ ਬਾਕੀ ਸਾਰਾ ਦਾਨ ਕਰਤਾ। ਕਹਿੰਦੇ ਬਸ ਆਪਾਂ ਤਾਂ ਭਗਤੀ ਕਰਾਂਗੇ, ਕਿਉਂਕਿ ਉਹਨੂੰ ਅਸਲੀ ਖਜ਼ਾਨਾ ਦਿਖ ਗਿਆ ਅੰਦਰ। ਤੁਹਾਡੇ 'ਚੋਂ ਜਿੱਦਣ ਤੁਹਾਨੂੰ ਅਸਲੀ ਖਜ਼ਾਨਾ ਨਜ਼ਰ ਆ ਗਿਆ ਨਾ, ਅੰਦਰਲਾ ਰਤਨ ਕੋਠੜੀ ਖੁੱਲੀ ਅਨੂਪਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਉਦੋਂ ਤੁਸੀਂ ਕਹੋਗੇ ਰੱਬਾ ਲੈ ਜਾ ਸਭ ਕੁਛ। ਉਹ ਜਿਹੜੀਆਂ ਚੀਜ਼ਾਂ ਹੁਣ ਤੁਸੀਂ ਇਕੱਠੀਆਂ ਕਰੀ ਜਾਂਦੇ ਹੋ ਨਾ, ਇਹ ਤੁਸੀਂ ਰੱਬ ਨੂੰ ਖੁਦ ਕਹੋਗੇ ਉਹ ਮੇਰੇ ਗਲੋਂ ਲਾ ਲਾ ਰੱਬਾ ਇਹਨਾਂ ਚੀਜ਼ਾਂ ਨੂੰ, ਮੈਨੂੰ ਇਹ ਨਹੀਂ ਚਾਹੀਦੀਆਂ, ਮੈਨੂੰ ਤਾਂ ਸ਼ਾਂਤੀ ਚਾਹੀਦੀ, ਮੈਨੂੰ ਟਿਕਾਓ ਚਾਹੀਦਾ, ਮੈਨੂੰ ਤਾਂ ਇਕਾਗਰਤਾ ਚਾਹੀਦੀ ਹੈ। ਮੁੜ ਕੇ ਤੁਸੀਂ ਨਹੀਂ ਮੰਗਣਾ ਕੁਛ, ਇਹ ਤਾਂ ਹੁਣੇ ਤੁਹਾਨੂੰ ਲਾਲਚ ਪਏ ਹੋਏ ਨੇ, ਇਕੱਠੇ ਕਰ ਲਓ, ਜੋੜ ਲਓ, ਆਹ ਜੋੜ ਲਓ, ਉਹ ਬਣਾ ਲਓ, ਉਹ ਬਣਾ ਲਓ। ਮਹਾਰਾਜ ਕਹਿੰਦੇ ਨੇ ਲੱਭ ਲੋਭ ਪਰ ਜਾਲੀਆ, ਨਾਮ ਮਿਲੇ ਆਧਾਰ। ਨਾਮ ਦਾ ਆਸਰਾ ਬਖਸ਼ੋ ਮਹਾਰਾਜ, ਨਾਮ ਦਾ ਹੀ ਆਧਾਰ ਮਿਲੇ। ਭਾਈ ਮਰਦਾਨਾ ਕਹਿਣ ਲੱਗੇ ਮਹਾਰਾਜ ਤੁਸੀਂ ਪ੍ਰਸ਼ਾਦਾ 6-6 ਮਹੀਨੇ ਬਾਅਦ ਛਕਦੇ ਹੋ, ਕਦੇ ਕਿਸੇ ਦੇ ਘਰ, ਤੁਹਾਨੂੰ ਰੱਜ ਕਿੱਦਾਂ ਰਹਿੰਦਾ? ਮੈਨੂੰ ਤਾਂ ਭੁੱਖ ਲੱਗ ਜਾਂਦੀ। ਮਹਾਰਾਜ ਕਹਿੰਦੇ ਮਰਦਾਨਾ ਨਾਮ ਦਾ ਆਧਾਰ ਹੈ। ਮਹਾਂਪੁਰਖ ਬਾਬਾ ਹੰਸਾਲੀ ਵਾਲਾ ਨੇ, ਕਈ ਸਾਲਾਂ ਦੀ ਗੱਲ ਹੈ, ਸਾਰੀ ਸੰਗਤ ਮੈਨੂੰ ਕਹਿੰਦੀ ਵੀ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਆ। ਇਹ ਇੱਕ ਚਮਚੇ 'ਚ ਪਾ ਲੈਂਦੇ, ਇੱਕ ਰਾਜਮਾਂਹ ਦਾ ਦਾਣਾ ਪਾ ਲਿਆ, ਇੱਕ ਇੰਨੀ ਕੁ ਬੁਰਕੀ ਜੀ ਰੱਖ ਲਈ, ਬਾਸ ਕਹਿਣਗੇ ਲਿਆਓ ਹੱਥੋਂ ਖਾ ਲਈ ਰੋਟੀ। ਇੱਕ ਚਮਚਾ ਹੀ ਖਾਂਦੇ ਆ, ਵਿੱਚੇ ਚੌਲ ਲੋਕ ਰੱਖ ਲਏ ਵਿੱਚੇ ਨੇ। ਮੈਂ ਬਾਬਾ ਜੀ ਨੂੰ ਇਕੱਲਿਆਂ ਨੂੰ ਗੱਲ ਕੀਤੀ, ਮੈਂ ਸਾਰੀ ਸੰਗਤ ਕਹਿੰਦੀ ਵੀ ਪ੍ਰਸਾਦਾ ਨਹੀਂ ਛਕਦੇ, ਬੜਾ ਚਿਰ ਕਮਜ਼ੋਰ ਹੋ ਗਿਆ। ਬਾਬਾ ਜੀ ਕਹਿੰਦੇ ਤੂੰ ਆਪੇ ਤਾਂ ਕਥਾ 'ਚ ਕਹਿਣਾ ਨਾਮ ਦਾ ਆਧਾਰ ਹੁੰਦਾ, ਨਾਲੇ ਹੁਣ ਤਾਂ ਤੂੰ ਵੀ ਮੈਨੂੰ ਰੋਟੀ ਨੂੰ ਕਹੀ ਜਾਂਦਾ। ਕਹਿੰਦੇ ਜਦ ਅੰਦਰ ਨਾਮ ਦਾ ਆਧਾਰ ਆ ਜਾਂਦਾ ਪਰ ਰੋਟੀ ਲੋੜ ਨਹੀਂ ਰਹਿੰਦੀ। ਕਿਉਂ? ਜਦੋਂ ਨਾਮ ਦਾ ਹੀ ਆਸਰਾ ਹੋ ਗਿਆ, ਬਸ। ਤੁਸੀਂ ਦੇਖਦੇ ਕਿ 10ਵੇਂ ਪਾਤਸ਼ਾਹ ਮਹਾਰਾਜ 4 ਯੁੱਗ ਤੱਕ ਤਪੱਸਿਆ ਕਰਦੇ ਰਹੇ। ਉੱਥੇ ਉਹ ਕੀ ਖਾਂਦੇ ਸੀ? ਜਾਂ ਹੁਣ ਵੀ ਜਿਹੜੇ ਬੈਠੇ ਨੇ ਹੇਮਕੁੰਟ ਸਾਹਿਬ, ਉਹ ਕੀ ਖਾਂਦੇ ਨੇ? ਨਾਮ ਦਾ ਜਦੋਂ ਆਧਾਰ ਮਿਲ ਜਾਂਦਾ ਫਿਰ ਉਦੋਂ ਸਾਰਾ ਕੁਛ ਹੀ ਮੁੱਕ ਜਾਂਦਾ, ਬਸ ਫਿਰ ਐਂ ਬੈਠਾ ਰਹਿੰਦਾ। ਫਿਰ ਕੋਈ ਮਹਾਂਪੁਰਖ ਅੱਧੀ ਕੁ ਰੋਟੀ ਖਾਂਦਾ, ਇਸ ਕਰਕੇ ਕਿ ਅੰਦਰਲੀਆਂ ਨਾੜਾਂ ਚੱਲਦੀਆਂ ਰਹਿਣ, ਬਸ। ਇਸ ਕਰਕੇ ਸਤਿਗੁਰੂ ਆਪਾਂ ਨੂੰ ਕਹਿੰਦੇ ਅਹਨਿਸ ਨਵਤਨ ਨਿਰਮਲਾ ਮੈਲਾ ਕਬੂ ਨਾ ਹੋਏ। ਕਦੇ ਨਾਮ ਮੈਲਾ ਨਹੀਂ ਹੁੰਦਾ। ਅਹਨਿਸ ਇੱਕ ਰਸ ਨਵਤਨ ਨਵੀਨ ਹੀ ਰਹਿੰਦਾ, ਨਿਰਮਲ ਹੀ ਰਹਿੰਦਾ। ਨਾਨਕ ਇਹ ਬਿਧ ਛੁਟੀਐ ਨਾਦਰ ਤੇਰੀ ਸੁਖ ਹੋਏ। ਕਹਿੰਦੇ ਇਉਂ ਛੁੱਟੀ ਦਾ ਮਾਇਆ ਤੋਂ, ਸੰਸਾਰ ਤੋਂ, ਬੰਧਨਾਂ ਤੋਂ, 84 ਦੇ ਗੇੜੇ ਤੋਂ। ਹੁਣ ਜਿੰਨਾ ਆਪਾਂ ਬਚਪਨ ਹੋਰ ਦੁੱਧ ਪੀ ਜਾਓ, ਮਲਾਈਆਂ ਖਾਈ ਜਾਓ, ਹੋਰ ਖਾਈ ਜਾਓ, ਖਾਈ ਜਾਓ, ਖਾਈ ਜਾਓ, ਬਸ ਉਹੀ ਬਿਮਾਰੀਆਂ ਬਣ ਗਈਆਂ। ਗੱਦਿਆਂ ਤੇ ਪੈਣ ਨਾਲ ਬਿਮਾਰੀਆਂ ਲੱਗ ਗਈਆਂ।
ਹਰ ਇੱਕ ਚੀਜ਼ ਬਿਮਾਰੀ ਦਾ ਘਰ ਹੈ। ਚੰਗੇ ਚੰਗੇ ਮੈਂ ਦੇਖਦਾ ਚੰਗੇ ਅਫਸਰ ਪਟਿਆਲੇ ਉਹ ਸਾਈਕਲ ਤੇ ਜਾ ਰਹੇ, ਤੁਸੀਂ ਸਾਈਕਲ ਤੇ ਜਾ ਰਹੇ ਹੋ, ਕਾਰ ਕਿੱਥੇ ਆ? ਕਹਿੰਦਾ ਕਾਰ ਤਾਂ ਬਿਮਾਰੀ ਦਾ ਘਰ ਹੈ, ਸਾਈਕਲ ਠੀਕ ਹੈ। ਹੌਲੀ ਹੌਲੀ ਬੰਦਾ ਘੁੜ ਮੁੜ ਕੇ ਉੱਥੇ ਆ ਜਾਂਦਾ ਜਿੱਥੇ ਕੋ ਆਉਣਾ ਹੁੰਦਾ। ਸੋ ਇਸ ਕਰਕੇ ਅਸਲੀ ਅੰਦਰਲੇ ਸੁੱਖ ਨੂੰ ਜਦੋਂ ਤੁਸੀਂ ਪਾ ਲਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਹੱਲਾ ਪਹਿਲਾ, ਇੱਕੋ ਕੰਤ ਸਬਾਈਆਂ ਜਿੱਤੀ ਦਰ ਖੜੀਆਂ ਹਾਂ। ਸਾਰੀਆਂ ਕੰਤ ਦੀਆਂ ਹੀ ਇਸਤਰੀਆਂ ਨੇ ਜਿੰਨੀਆਂ ਵੀ ਉਹਦੇ ਦਰ ਦੇ ਉੱਤੇ ਖੜੀਆਂ ਨੇ, ਜਿਹੜੇ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਨੇ ਉਹਦੇ ਵਿੱਚ ਜੁੜੇ ਬੈਠੇ ਨੇ। ਨਾਨਕ ਕੰਤੈ ਰਤੀਆਂ ਪੁੱਛੈ ਬਾਤੜੀਆਂ, ਜਿਹੜੀਆਂ ਕੰਤ ਵਿੱਚ ਰੰਗੀਆਂ ਗਈਆਂ ਨੇ ਉਹ ਗੱਲ ਉਹਨਾਂ ਨਾਲ ਹੀ ਕਰਦਾ। ਉਹ ਇੱਕ ਦੂਜੇ ਨੂੰ ਇੱਕ ਦੂਜੇ ਦੀਆਂ ਗੱਲਾਂ ਪੁੱਛਦੇ, ਤੇਰੀ ਅਵਸਥਾ ਕਿੱਥੇ ਆ, ਤੇਰੀ ਕਿੱਥੇ ਆ। ਨਹੀਂ ਤਾਂ ਮਹਾਂਪੁਰਖ ਲੋਕ ਕਹਿੰਦੇ ਇਹ ਭੋਰਾ ਬਣਾ ਕੇ ਸੰਤ ਅੰਦਰ ਹੀ ਬੈਠੇ ਰਹਿੰਦੇ। ਤੁਸੀਂ ਤਾਂ ਹੁਣ ਗੱਲ ਦੂਜੀ ਕਰਨੀ ਜਾ ਕੇ ਪੈਸਿਆਂ ਦੀ, ਹੋਰ ਦੀ। ਇਸੇ ਕਰਕੇ ਮਹਾਂਪੁਰਖ ਜਾ ਜੰਗਲਾਂ 'ਚ ਬੈਠਦੇ ਨੇ, ਕਿਉਂਕਿ ਉਹਨਾਂ ਨੂੰ ਸੰਸਾਰ ਨਾਲ ਕੋਈ ਮਤਲਬ ਨਹੀਂ ਹੁੰਦਾ। ਕਈਆਂ ਦੀ ਡਿਊਟੀਆਂ ਲੱਗ ਜਾਂਦੀਆਂ, ਭਲਾ ਕਰੋ ਇਹਨਾਂ ਲੋਕਾਂ ਦਾ ਵੀ, ਤੂੰ ਤਾਂ ਹੁਣ ਸੁਧਰ ਕੇ ਬੈਠ ਗਿਆ ਵੀ ਇਹਨਾਂ ਨੂੰ ਕੌਣ ਪਾਲੂਗਾ ਹੁਣ। ਸੋ ਇਸ ਕਰਕੇ ਮਹਾਰਾਜ ਡਿਊਟੀ ਲਾ ਜਾਂ 10ਵੇਂ ਪਾਤਸ਼ਾਹ ਅਕਾਲ ਪੁਰਖ ਵਿੱਚ ਇੱਕਮਿਕ ਹੋ ਗਏ। ਕਹਿੰਦੇ ਹੁਣ ਪੁੱਤਰ ਜਾ ਕੇ ਦੁਨੀਆ ਦਾ ਭਲਾ ਵੀ ਕਰ। ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਰ ਕਰਬੇ ਕਹੋ ਸਾਜਾ। ਆਪ ਲਿਖਦੇ ਨੇ, ਕਹਿੰਦੇ ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ, ਚਿੱਤ ਨਾ ਭਇਓ ਹਮਰੋ ਆਵਨ ਕਹਿ। ਕਹਿੰਦੇ ਬਾਪੂ ਜੀ ਹੁਣ ਜਾਣ ਨੂੰ ਜੀ ਨਹੀਂ ਕਰਦਾ, ਕਿਉਂਕਿ ਸੱਚਖੰਡ ਹੈ ਹੀ ਐਸਾ। ਆ ਸਰੀਰ ਵਿੱਚ ਰਹਿੰਦੇ ਆ ਤਾਂ ਤਪਸ਼ੀ ਬੜੀ ਆ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰਾਂ ਤੋਂ ਹਰ ਕੇ द्वार मत हर पूछे कौन है पर हमारा बार। ਕਹਿੰਦੇ ਜਿਸ ਮਰਨੇ ਤੇ ਜੱਗ ਡਰੈ ਮੇਰਾ ਮਨ ਆਨੰਦ। ਕਹਿੰਦੇ ਮੈਂ ਤਾਂ ਹੁਣ ਸਰੀਰ ਛੱਡ ਕੇ ਖੁਸ਼ ਹਾਂ। ਜਦੋਂ ਬ੍ਰਹਮ ਗਿਆਨੀ ਮੈਂ ਸਾਰੇ ਦੇਖੇ ਨੇ, ਅਸੀਂ ਉਹਨਾਂ ਨਾਲ ਲੜਨ ਲੱਗ ਜਾਣਾ ਸਾਰਿਆਂ ਨਾਲ ਹੀ, ਜਿੰਨੇ ਵੀ ਦਰਸ਼ਨ ਜੀ ਕਰਦਾ ਹੁਣ ਚਲੇ ਜਾਈਏ ਸੱਚਖੰਡ ਨੂੰ। ਕਿਉਂ? ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰੇ। ਸਾਰੀ ਦੁਨੀਆ ਸੜ ਰਹੀ ਹੈ ਈਰਖਾ ਦਵੈਸ਼ ਨਫ਼ਰਤ ਵਿੱਚ, ਕੁਛ ਜ਼ਿਆਦਾ ਹੀ ਵੱਧ ਗਈ ਬਿਮਾਰੀ ਇਹ। ਕਿਉਂ? ਪਾਠ ਘਟ ਗਿਆ, ਆਪਾਂ ਹਰੇਕ ਨਾਲ ਔਖੇ ਹੋਈ ਜਾਂਦੇ ਆ। ਤੇ ਉਹਦੇ ਕੋਲ ਤਾਂ ਨਵੀਂ ਗੱਡੀ ਆ, ਉਹਦੇ ਕੋਲ ਤਾਂ ਹੁਣ ਨਵਾਂ, ਇਹ ਤਾਂ ਹੁਣ ਨਵਾਂ ਘਰ ਪਾ ਲਿਆ, ਇਹਨਾਂ ਦਾ ਜ਼ਮੀਨ ਹੋਰ ਲੈ ਲਈ, ਇਹਦੇ ਤਾਂ ਟਮਾਟਰ ਬੜੇ ਵਧੀਆ ਹੋਏ ਆ। ਜੇ ਕਿਤੇ ਟਮਾਟਰ ਵੀ ਸੋਹਣੇ ਹੋਏ ਤਾਂ ਵੀ ਔਖੇ ਹੋ ਜਾਂਦੇ ਆਪਾਂ ਵੀ, ਇਹਦੇ ਕਿਉਂ ਵਧੀਆ ਹੋਏ, ਸਾਡੇ ਨਹੀਂ ਇੰਨੇ ਸੋਹਣੇ ਲੱਗੇ ਵੀ ਇਹਦੇ ਰਾਤ ਨੂੰ ਆ ਕੇ ਪਾੜਨਾ ਜਾਈਏ ਸਾਰਾ। ਕਿਉਂ? ਉਹ ਤੁਸੀਂ ਬੰਦੇ 'ਚ ਰੱਬ ਨਹੀਂ ਦੇਖਦੇ। ਇੱਕ ਪਾਸੇ ਗੱਲਾਂ ਮਾਰਦੇ ਵੱਡੀਆਂ ਵੱਡੀਆਂ। ਉਹ ਬਾਬੇ ਨਾਨਕ ਨੇ ਇੱਕ ਨਾਅਰਾ ਦਿੱਤਾ ਸਾਨੂੰ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਕਮਾਓ, ਸਰਬੱਤ ਦਾ ਭਲਾ ਸੋਚੋ। ਇਹ ਨਾ ਦੇਖੋ ਹੁਣ ਮਹਾਂਪੁਰਖ ਦੀ ਬਿਰਤੀ ਕੈਸੀ ਹੈ। ਭਗਤ ਨਾਮਦੇਵ ਜੀ ਨੂੰ ਸਾਰੇ ਜੋਤ ਨਜ਼ਰ ਆਉਂਦੀ ਆ, ਸਾਰਿਆਂ ਵਿੱਚ ਪਰਮਾਤਮਾ ਦਿਖਦੇ ਨੇ। ਆਪਾਂ ਨੂੰ ਇਹ ਫਲਾਨਾ ਹੈ, ਇਹ ਫਲਾਨਾ ਹੈ, ਇਹ ਜਾਤ ਦਾ ਫਲਾਨੀ ਦਾ, ਇਹ ਆ, ਇਹ ਆਹ ਕੌਮ ਦਾ, ਆਹ ਕੌਮ। ਆਪਣੀ ਹਰੇਕ ਨਾਲ ਈਰਖਾ ਚਲੀ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਛੱਡ ਕੇ ਸਾਰਿਆਂ ਦੇ ਵਿੱਚ ਤੁਸੀਂ ਕੀ ਲੈਣਾ? ਬਾਹਰੋਂ ਸ਼ਕਲ ਕਹੀ ਜੀ ਆ, ਉਹਦੀ ਅਕਲ ਕਹੀ ਜੀ ਆ, ਕਿਹੜੀ ਜਾਤ ਦਾ, ਕਿਹੜੀ ਕੌਮ ਦਾ, ਕਿਹੜਾ ਬੰਦਾ। ਸਿਰਫ ਇੱਕ ਗੱਲ ਯਾਦ ਰੱਖੋ ਵੀ ਮੈਂ ਤਾਂ ਤੈਨੂੰ ਦੇਖਣਾ ਸਾਰਿਆਂ 'ਚ, ਮੈਨੂੰ ਹੋਰ ਨਹੀਂ ਦਿਖਦਾ ਕੋਈ। ਦਰਖਤਾਂ ਵਿੱਚ ਵੀ, ਪਸ਼ੂਆਂ ਵਿੱਚ ਵੀ, ਪੰਛੀਆਂ ਵਿੱਚ ਵੀ, ਬੰਦਿਆਂ ਵਿੱਚ ਵੀ ਮੈਨੂੰ ਤੂੰ ਹੀ ਦਿਖਦਾ। ਭਾਈ ਕਨ੍ਹਈਆ ਜੀ ਨੂੰ ਦੂਜਾ ਦਿਖਦਾ ਹੀ ਨਹੀਂ ਸੀ। ਮਹਾਰਾਜ ਕਹਿੰਦੇ ਤੂੰ ਭਾਈ ਕਨ੍ਹਈਆ ਸਭ ਨੂੰ ਹੀ ਪਾਣੀ ਪਿਆਈ ਜਾਂਦਾ, ਕਹਿੰਦਾ ਦੂਜਾ ਦਿਖਦਾ ਹੀ ਨਹੀਂ। ਸੋ ਇਸ ਕਰਕੇ ਜਦੋਂ ਆਪਾਂ ਦੂਜਾ ਦੇਖਣ ਲੱਗ ਜਾਂਦੇ ਹਾਂ ਉਦੋਂ ਆਪਾਂ ਈਰਖਾ ਕਰਨ ਲੱਗ ਜਾਂਦੇ ਹਾਂ। ਜੇ ਤੂੰ ਮਿੱਤਰਾ ਸਾਡੜਾ ਨਾ ਦੂਜਾ ਵੇਖਾਲ, ਇਹਾ ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ। ਮਹਾਰਾਜ ਕਹਿੰਦੇ ਜੇ
ਤੁਸੀਂ ਬੰਦਗੀ ਕਰਨੀ ਹੈ, ਭਗਤੀ ਕਰਨੀ ਹੈ, ਫਿਰ ਕਿਸੇ ਨਾਲ ਈਰਖਾ ਦਵੈਸ਼ ਛੱਡ ਦਿਓ, ਨਫ਼ਰਤ ਕਰਨੀ ਛੱਡ ਦਿਓ। ਜੇ ਤੁਸੀਂ ਮਨ ਦੀ ਸ਼ਾਂਤੀ ਚਾਹੁੰਦੇ ਹੋ, ਦੂਜੇ ਦਾ बुरा सोचना ही नहीं। पर का बुरा न राखो चीत, तुमको दुख नहीं भाई मीत। जब लागे जाने बैरी मीत, तब लग नेचल नाही चीत। महाराज हुण फलाना तो मेरे नाल फिर बैर करदा, फलाना मैंने ऐ करदा, वो कहने मैं आपे देखूंगा। ਜਦੋਂ ਤੁਹਾਡੇ ਨਾਲ ਕੋਈ ਵੈਰ ਕਰਦਾ ਹੈ, ਤੁਹਾਡਾ ਕੋਈ ਮਾੜਾ ਕਰਦਾ ਹੈ, ਤਾਂ ਤੁਸੀਂ ਨਹੀਂ ਕਰਦੇ, ਫਿਰ ਉਹ ਸਿਰ ਤੇ ਵੀ ਇੱਕ ਬੈਠਾ ਨਾ ਮਾਲਕ ਦੇਖਦਾ ਹੈ ਵੀ ਇਹ ਦੇਖੋ ਮੇਰਾ ਭਗਤ। ਭਗਤ ਪ੍ਰਹਿਲਾਦ ਨੂੰ ਤਾਂ ਸਿੱਧੀਆਂ ਤਲਵਾਰਾਂ ਵੀ ਮਾਰੀਆਂ ਹਰਨਾਕਸ਼ ਨੇ, ਅੱਗ ਵਿੱਚ ਵੀ ਸਾੜਿਆ, ਸੱਪਾਂ ਵਿੱਚ ਸੁੱਟਿਆ, ਜ਼ਹਿਰ ਦਿੱਤੀ, ਉਹ ਤਾਂ ਆਪਣਾ ਰਾਮ ਰਾਮ ਹੀ ਕਰਦਾ, ਪਰ ਫਿਰ ਮੁੜ ਕੇ ਪਾੜ ਕੇ ਅੰਦਰਾਂ ਗਲ ਚ ਪਾਤੀਆਂ। ਹਰਨਾਕਸ਼ ਦੁਸ਼ਟ ਹਰ ਮਾਰਿਆ। ਤੁਹਾਡੇ ਨਾਲ ਕੋਈ ਵੈਰ ਕਰਦਾ, ਈਰਖਾ ਕਰਦਾ, ਉਹ ਕਰੀ ਜਾਵੇ, ਉਹ ਆਪਣਾ ਸੜਦਾ ਸੜੀ ਜਾਵੇ, ਤੁਸੀਂ ਆਪਣੀ ਬੰਦਗੀ ਜੁੜੋ, ਜੁੜੇ ਰਹੋ, ਜੁੜੇ ਰਹੋ। ਜੁੜਿਆਂ ਹੋਇਆਂ ਨੂੰ ਕੋਈ ਕੁਛ ਨਹੀਂ ਕਰ ਸਕਦਾ, ਕੋਈ ਮਾਰ ਨਹੀਂ ਸਕਦਾ, ਕੋਈ ਉਧਰ ਦੇਖ ਨਹੀਂ ਸਕਦਾ। ਦੂਰੋਂ ਬੋਲਦਾ ਬੋਲੀ ਜਾਵੇ, ਨੇੜੇ ਨਹੀਂ ਆ ਸਕਦਾ। ਕਿਉਂ? ਨਾਲ ਨਰਾਇਣ ਮੇਰਾ, ਜਮਦੂਤ ਨਾ ਆਵੈ ਨੇਰਾ। ਕੰਠ ਲਾਏ ਪ੍ਰਭ ਰਾਖੈ, ਸਤਿਗੁਰ ਕੀ ਸੱਚ ਸਾਖੈ। ਮਹਾਰਾਜ ਦਾ ਇਹ ਸ਼ਬਦ ਪੜੋ, ਸ਼ਬਦਾਂ ਦਾ ਆਸਰਾ ਲਓ। ਸੋ ਇਸ ਕਰਕੇ ਸਤਿਗੁਰੂ ਨੇ ਇੱਕ ਰਾਹ ਚਲਾਏ ਸ਼ਹੀਦੀਆਂ ਦੇ। ਸ਼ਾਹਿਦੀ ਹੁੰਦਾ ਗਵਾਹੀ ਦੇਣੀ, ਆਪਣੇ ਧਰਮ ਪ੍ਰਤੀ ਕਿੰਨਾ ਕੁ ਪਿਆਰ ਹੈ। ਚਾਹੁੰਦੇ ਪੰਜਵੇਂ ਪਾਤਸ਼ਾਹ ਤਾਂ ਬ੍ਰਹਿਮੰਡ ਉਡਾ ਸਕਦੇ ਸਾਰਾ, ਚਾਹੁੰਦੇ ਨੌਵੇਂ ਪਾਤਸ਼ਾਹ ਤਾਂ ਕੁਛ ਵੀ ਨਾ ਹੋ ਸਕਦਾ ਸੀ, ਪਰ ਉਹਨਾਂ ਨੇ ਇੱਕ ਰਾਹ ਚਲਾਉਣੇ ਸੀ ਬਸ। ਉਹ ਰਾਹ ਚਲਾਉਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਰਮ ਕੀਤੇ ਨੇ। ਨਹੀਂ ਤਾਂ ਕੋਈ ਛੋਹ ਵੀ ਨਹੀਂ ਸਕਦਾ, ਐ ਟੱਚ ਵੀ ਨਹੀਂ ਕਰ ਸਕਦਾ, ਦੇਖ ਵੀ ਨਹੀਂ ਸਕਦਾ ਉਧਰ ਨੂੰ। ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਇਤਿਹਾਸ ਵਿੱਚ ਅਸੀਂ ਪੜ੍ਹਦੇ, ਪਿਛਲੇ ਇਤਿਹਾਸਾਂ 'ਚ ਪੜ੍ਹਦੇ ਹਾਂ। ਇਹ ਸਭ ਕੁਝ ਕਈ ਕਿਰਿਆ ਮਹਾਰਾਜ ਵੈਸੇ ਹੀ ਕਰਵਾਉਂਦੇ ਆ। ਜੇ ਮੈਂ ਤੁਹਾਨੂੰ ਅਸਲੀਅਤ ਦੱਸਾਂ, ਇਹਨਾਂ ਕੋਲ ਇੱਕ ਸ਼ਕਤੀ ਹੁੰਦੀ ਹੈ। ਅਕਾਲ ਪੁਰਖ ਕੋਲ ਕਿਹੜੀ ਸ਼ਕਤੀ ਹੈ? ਦੁਨੀਆ ਕਿਵੇਂ ਸਾਜਤੀ? ਇਹ ਮਾਇਆ ਨੇ ਸਾਜੀ ਹੈ। ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਹ ਅਕਾਲ ਪੁਰਖ ਕੋਲ ਇਹ ਸ਼ਕਤੀ ਮਾਇਆ, ਗੁਰੂ ਦੀ ਮਾਇਆ। ਮਰਦਾਨੇ ਨੂੰ ਵੀ ਇੱਕ ਵਾਰ ਮਾਇਆ ਪਾਤੀ, ਕਹਿੰਦੇ ਮਹਾਰਾਜ ਮਾਇਆ ਕਹੀ ਜਿਹੀ ਹੁੰਦੀ ਹੈ, ਮੈਨੂੰ ਦਿਖਾਓ। ਕਹਿੰਦੇ ਕੋਈ ਨਹੀਂ ਮਰਦਾਨੇ, ਮਾਇਆ ਵੀ ਦਿਖਾ ਦਿੰਦੇ। ਜਾ ਉੱਥੇ ਨਹਾ ਕੇ ਆ ਪਹਿਲਾਂ ਦਰਿਆ 'ਚ। ਉਹ ਦਰਿਆ 'ਚ ਨਹਾਉਣ ਵੜਿਆ, ਮਗਰਮੱਛੀ ਮੂੰਹ 'ਚ ਪਾ ਗਿਆ, ਜਾ ਕੇ ਕਿਤੇ ਹੋਰ ਹੀ ਕੱਢਤਾ। ਉੱਥੇ ਗਿਆ ਤਾਂ ਉੱਥੇ ਕੋਈ ਨਿਆਣੇ, ਇੱਕ ਲੇਡੀ ਜਨਾਨੀ ਆ ਗਈ, ਤੁਸੀਂ ਕਿੱਧਰ ਚਲੇ ਗਏ ਸੀ? ਅਸੀਂ ਤੁਹਾਨੂੰ ਲੱਭਦੇ ਫਿਰਦੇ ਹਾਂ। ਉਹ ਕਹਿੰਦਾ ਤੂੰ ਸਾਡਾ ਡੈਡੀ, ਪਿਤਾ ਸਾਡਾ, ਘਰੇ ਲੈ ਸਾਰਾ ਪਿੰਡ ਕਿਤੇ ਤਾਂ ਮਰ ਗਿਆ ਸੀ। ਦੇਖੇ ਆਲਾ ਦਲ ਵੀ ਯੁੱਗ ਕਿਹੜਾ ਚੱਲਦਾ, ਯੁੱਗ ਵੀ ਹੋ ਰਹੀ ਕਰਦਾ ਕਰਾਉਂਦਾ ਜੀ। ਕਈ ਸਾਲ ਲੰਘ ਗਏ ਉੱਥੇ। ਉਹ ਨਹਾਉਣ ਗਿਆ ਇੱਕ ਦਿਨ ਦਰਿਆ 'ਚ, ਫੇਰ ਮਗਰਮੱਛ ਮੂੰਹ 'ਚ ਪਾ ਕੇ ਕਿਤੇ ਫੇਰ ਉੱਥੇ ਹੀ ਵਾਪਸ ਕੱਢਤਾ। ਮਹਾਰਾਜ ਕਹਿੰਦੇ ਮਰਦਾਨੇ ਮੁੜ ਵੀ ਆਏ ਇੰਨੀ ਛੇਤੀ? ਇੰਨੀ ਛੇਤੀ? ਕਹਿੰਦਾ ਮਹਾਰਾਜ ਮੈਨੂੰ ਤਾਂ ਗਏ ਨੂੰ ਪਤਾ ਨਹੀਂ ਕਈ ਜਨਮ ਹੋ ਗਏ। ਉਹ ਕਹਿੰਦੇ ਹਾਲੇ ਤਾਂ 1-2 ਮਿੰਟ ਹੀ ਹੋਏ, ਤੂੰ ਜਲਦੀ ਨਹਾ ਕੇ ਮੁੜ ਆਇਆ। ਰੋਈ ਜਾਵੇ, ਮੇਰੇ ਨਿਆਣੇ ਉੱਥੇ ਮਰ ਜਾਣਗੇ। ਮਹਾਰਾਜ ਨੇ ਇੱਕ ਮਾਰਿਆ ਪੋਲਾ ਜਿਹਾ, ਕਹਿੰਦੇ ਹਟ। ਕਹਿੰਦਾ ਮਹਾਰਾਜ ਮੈਨੂੰ ਕੀ ਹੋ ਗਿਆ ਸੀ? ਕਹਿੰਦੇ ਮਾਇਆ ਦਿਖਾਈ ਸੀ ਤੈਨੂੰ। ਮਾਇਆ ਤਾਂ ਇਹੋ ਜਿਹੀ ਚੀਜ਼ ਹੈ, ਜਦੋਂ ਦਿਮਾਗ ਤੇ ਪੈਂਦੀ ਆ ਨਾ, ਕਈ ਵਾਰ ਥੋੜ੍ਹੇ ਤੋਂ ਗਲਤੀ ਹੋ ਜਾਂਦੀ ਜ਼ਿੰਦਗੀ, ਤੋਂ ਪਤਾ ਹੀ ਨਹੀਂ ਲੱਗਿਆ, ਕੁਛ ਪਤਾ ਨਹੀਂ, ਗਲਤੀ ਐਵੇਂ ਹੀ ਹੋ ਗਈ। ਇਹ ਕੀ ਹੋ ਗਿਆ ਸੀ? ਮੈਨੂੰ ਮਾਇਆ ਪੈ ਗਈ ਸੀ। ਇਹ ਮਾਇਆ ਪਾ ਦਿੰਦੇ ਨੇ ਪਰਮੇਸ਼ਰ ਜੀ ਸਾਰਿਆਂ ਦੇ ਉੱਤੇ, ਐਸੀ ਮਾਇਆ ਪਾਉਂਦੇ ਨੇ। ਕਈ ਚੀਜ਼ਾਂ ਮੈਂ ਹੁਣ ਮੇਰਾ ਅੰਦਰ ਨਹੀਂ ਮੰਨਦਾ, ਮੈਂ ਤੁਹਾਨੂੰ ਦੱਸਦਾ ਨਹੀਂ, ਕਿਉਂਕਿ ਪਹਿਲੀ ਵਾਰ ਮਿਲੇ ਆਪਾਂ। ਹੁਣ ਮੈਨੂੰ ਇਹ ਨਹੀਂ ਪਤਾ ਤੁਸੀਂ ਕਿਹੜੀ ਕਲਾਸ ਵਾਲੇ ਹੋ। ਤੁਹਾਨੂੰ ਮੈਂ ਐਵੇਂ ਵੱਡੀ ਗੱਲ ਸੁਣਾ ਦਿਆਂ, ਤੁਸੀਂ ਕਹੋਗੇ ਗਪੌੜੀ ਮਾਰ ਗਿਆ ਗਿਆਨੀ ਸਾਡੇ ਕੋਲ, ਕਿਉਂਕਿ ਤੁਸੀਂ ਤਾਂ ਸ਼ੁਰੂ ਹੀ ਨਹੀਂ ਹੋਏ। ਕੋਈ ਇੱਕ ਅੱਧਾ ਬੈਠਾ ਹੋਣਾ ਜਿਹੜਾ ਉਸ ਅਵਸਥਾ ਨੂੰ ਮਾਣਦਾ, ਜਾਣਦਾ, ਜੀ ਤੇ ਕਿਰਪਾ ਵਾਲੇ ਤਾਂ ਸਮਝ ਲੈਂਦੇ ਇਹਨਾਂ ਗੱਲਾਂ ਨੂੰ। ਦੂਜੇ ਕਹਿਣਗੇ ਉੱਦਾਂ ਹੀ ਮਾਰੀ ਜਾਂਦਾ, ਗੱਲਾਂ ਹੀ ਆ ਬਈ, ਮਾਰਨੀਆਂ। ਉਹ ਜਿਵੇਂ ਬਾਹਰ ਇੱਕ ਗੁਰਦੁਆਰੇ ਦਾ ਪ੍ਰਧਾਨ ਸੀਗਾ, ਉਹ ਗੱਲ ਚੱਲ ਪਈ ਕਿਸੇ ਅਵਸਥਾ ਦੀ,
ਉਹ ਮੈਂ ਕਿਹਾ ਕਈ ਲੋਕ ਉਲਟ ਛੁਲਟ ਜੇ ਬੋਲੇ ਜਾਂਦੇ ਇੱਥੇ। ਉਹ ਕਹਿੰਦਾ ਗਿਆਨੀ ਜੀ ਇਹ ਸਾਰੇ ਸਾਡੇ ਪਿੰਡਾਂ ਦੇ ਬੁੜੇ ਆ। ਕਹਿੰਦਾ ਇਹ ਸੁਣ ਲਓ 1964 ਜਦੋਂ ਕਹਿੰਦਾ ਰਸ਼ੀਆ ਵਾਲੇ ਚੰਦਰਮਾ 'ਤੇ ਗਏ, ਕਹਿੰਦਾ ਅਖਬਾਰ ਮੈਂ ਚੱਕੀ ਫਿਰਾਂ। ਕਦੋਂ ਉਹਨੂੰ ਸ਼ੌਂਕ ਜਿਹਾ ਢਾਠੀ ਟੂਠੀ ਬੰਨ੍ਹ ਕੇ ਪਿੰਡਾਂ 'ਚ ਨੌਕਰੀ ਜਾਣਾ। ਉਹ ਪਿੰਡਾਂ ਦੇ ਬੁੜੇ ਸੱਥ 'ਚ ਬੈਠੇ, ਕਾਕਾ ਕੀ ਲਿਖਿਆ ਅਖਬਾਰ 'ਚ ਵੀ ਅੱਜ? ਕਹਿੰਦਾ ਵੀ ਚੰਦਰਮਾ 'ਤੇ ਚਲਿਆ ਗਿਆ ਸਾਇੰਸ, ਉੱਥੇ ਗਏ ਨੇ ਸਾਰੇ। ਉਹ ਕਹਿੰਦਾ ਕਾਕਾ ਜੇ 4 ਜਮਾਤਾਂ ਪੜ੍ਹ ਗਿਆ ਮਖੌਲ ਤਾਂ ਨਾ ਕਰ। ਬਜ਼ੁਰਗ ਕਹਿੰਦਾ ਮੈਨੂੰ ਐਂ ਦੱਸ, ਇਹ ਚੰਦਰਮਾ ਤਾਂ ਗੋਲ ਹੈ, ਉਹ ਇੱਧਰ ਦੀ ਥੱਲਿਓਂ ਦੀ ਵੜੇ ਸੀ ਉੱਤੇ ਕਿ ਉਹ ਤੋਂ ਉੱਪਰ ਦੀ ਵੜੇ ਸੀ? ਉਹ ਕਹਿੰਦਾ ਮੈਂ ਆਖਿਆ ਵੀ ਇਹਨਾਂ ਨੂੰ ਕਾਹਨੂੰ ਸੁਣਾਉਣੇ ਬੁੜਿਆਂ ਨੂੰ, ਇਹਨਾਂ ਗੱਲ ਦਾ ਪਤਾ ਤਾਂ ਹੁੰਦਾ ਨਹੀਂ ਕਿਸੇ ਦਾ। ਕਹਿੰਦਾ ਮੈਂ ਨਹੀਂ ਬਾਪੂ ਜੀ ਉਹ ਗਏ ਨਹੀਂ, ਮੈਂ ਤਾਂ ਉਦੋਂ ਹੀ ਝੂਠ ਬੋਲਿਆ ਸੀ। ਕਹਿੰਦਾ ਮੈਂ ਤਾਂ ਖਹਿੜਾ ਛੜਾ ਕੇ ਭੱਜਿਆ ਉਹਨਾਂ ਤੋਂ। ਤੇ ਇਸ ਕਰਕੇ ਆ ਵੀ ਇਹ ਜਿਹੜੀਆਂ ਤਾਹਾਂ ਦੀਆਂ ਗੱਲਾਂ ਇਹ ਤੁਹਾਡੀ ਤਾਂ ਸਮਝ ਤੋਂ ਹੀ ਪਰੇ ਆ ਸਾਰਾ ਕੁਝ। ਪਹਿਲੀ ਕਲਾਸ ਦਾ ਬੱਚਾ, ਨਰਸਰੀ ਦਾ ਬੱਚਾ, ਕਿਤੇ MA ਪੜ੍ਹਿਆ ਬੰਦਾ, ਕਿਤੇ ਸਾਇੰਸ ਵਾਲੇ, ਕਿਤੇ ਡਾਕਟਰ ਵੱਡੇ ਵੱਡੇ, ਉਹਨਾਂ ਦੀਆਂ ਗੱਲਾਂ ਹੀ ਵੱਖਰੀਆਂ ਹੁੰਦੀਆਂ ਸਾਇੰਸ ਵਾਲਿਆਂ ਦੀਆਂ। ਤੇ ਇਹ ਨਿੱਕੇ ਨਿੱਕੇ ਨਿਆਣੇ ਨੂੰ ਉਹਨਾਂ ਗੱਲਾਂ ਦਾ ਕੀ ਪਤਾ ਹੁੰਦਾ। ਇਸ ਕਰਕੇ ਉਹ ਚੀਜ਼ਾਂ ਤਾਂ ਹੈ ਬਹੁਤ ਉੱਚੀਆਂ। ਮਹਾਰਾਜ ਦੇ ਕਈ ਐਸੇ ਕੌਤਕ ਨੇ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਇੰਨਾ ਸੁਣ ਲਓ, ਇਹ ਨਿਰੰਕਾਰ ਆਪ ਹੀ ਬੈਠੇ। ਸਰਦਾ ਕਰੋ ਬਸ। ਮਹਾਰਾਜ ਕਹਿੰਦੇ ਭਾਵਨਾ ਕਰ ਲਓਗੇ ਤਾਂ ਤਰ ਜਾਓਗੇ, ਨਹੀਂ ਤਾਂ ਡੁੱਬ ਜਾਓਗੇ। ਭਾਵਨਾ ਕਰੋ ਬਸ। ਮਹੱਲਾ ਪਹਿਲਾ ਹਉ ਬਲਿਹਾਰੀ ਤਿਨ ਕਉ ਸਿਫਤ ਜਿਨ੍ਹਾਂ ਦਾ ਵਾਤ। ਜਿਨ੍ਹਾਂ ਦੇ ਵਾਤ ਮੂੰਹ ਦੇ ਵਿੱਚ ਸਿਫਤ ਆ ਨਾ ਹਰ ਵਕਤ, ਕਹਿੰਦੇ ਮੈਂ ਬਲਿਹਾਰ ਜਾਵਾਂ। 24 ਘੰਟੇ ਪਾਠ ਵੱਲ ਧਿਆਨ ਦਿਓ। ਆਈਪੌਡ ਮਿਲ ਜਾਂਦੇ ਅੱਜ ਕੱਲ੍ਹ, ਆਈਪੌਡ ਭਰ ਲਓ, ਭਰ ਕੇ ਕੰਨ 'ਚ ਲਾਈ ਰੱਖੋ। ਪਹਿਲਾਂ ਹੁੰਦਾ ਸੀ ਟਰੈਕਟਰਾਂ ਦੇ ਉੱਤੇ ਰਿਕਾਰਡਿੰਗ ਜੀ ਲਾ ਕੇ ਗਾਣਿਆਂ ਦੀ ਨਾਲ ਟਰੈਕਟਰ ਚਲਾਉਣਾ। ਉਹਨਾਂ ਨੂੰ ਵੀ ਅਸੀਂ ਕਿਹਾ ਉਹ ਕਥਾ ਸੁਣ ਲਿਆ ਕਰੋ, ਇਹ ਗਾਣਿਆਂ 'ਚ ਕੁਛ ਨਹੀਂ ਹੈਗਾ। ਕਥਾ ਸੁਣੋ, ਕੀਰਤਨ ਸੁਣੋ, ਬਾਣੀ ਸੁਣੋ। ਤੁਹਾਨੂੰ ਪਤਾ ਹੀ ਨਹੀਂ ਬਾਣੀ। ਕਈ ਵਾਰ ਮੈਂ ਮਹਾਰਾਜ ਨਾਲ ਵੀ ਇਸ ਗੱਲ 'ਤੇ ਲੜਦਾ ਰਹਿਣਾ, ਕੀ ਮਹਾਰਾਜ ਤੁਸੀਂ ਇਹਨਾਂ ਨੂੰ ਕਿਉਂ ਦਿੱਤੀ ਹੈ? ਭਾਵੇਂ ਮੇਰੀ ਗਲਤੀ ਆ, ਗੁਸਤਾਖੀ, ਮੈਂ ਮਹਾਰਾਜ ਮਾਫ਼ ਕਰਨਾ, ਅੰਗਰੇਜ਼ਾਂ ਨੂੰ ਦੇ ਦਿੰਦੇ ਤੁਸੀਂ। ਉਹ ਕਦਰ ਤਾਂ ਕਰਦੇ ਹੋ। ਅੰਗਰੇਜ਼ਾਂ ਕੋਲ ਬਾਣੀ ਹੁੰਦੀ ਨਾ, ਇਹ ਧਰਮ ਤਾਂ ਦਰਖਤਾਂ ਨੂੰ ਵੀ ਅੰਮ੍ਰਿਤ ਛਕਾ ਦਿੰਦੇ। ਤੁਸੀਂ ਤਾਂ ਕਦਰ ਹੀ ਨਾ ਕੀਤੀ, ਤੁਸੀਂ ਤਾਂ ਬਿਲਕੁਲ ਹੀ ਸਾਰੀ ਰੋਲ ਕੇ ਰੱਖਦੀ ਗੱਲ। ਕਿਰਪਾਨ ਨੂੰ ਕਹਿਣਗੇ ਡਿਹਾ ਪਾਇਆ, ਇਹ ਪਤਾਸਿਆਂ ਦਾ ਪਾਣੀ, ਇਹ ਫਲਾ। ਉਹ ਤੁਹਾਨੂੰ ਕੀ ਪਤਾ ਇਹ ਕੀ ਆ? ਇਹ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਕਿ ਵੇਖ ਪਰਸਨਾਇਆ। ਲਬ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤੇ ਅੰਮ੍ਰਿਤ ਗੁਰ ਤੇ ਪਾਇਆ। ਦੇਵਤੇ ਤੇ ਤਰਸਦੇ ਫਿਰਦੇ ਆ ਵੀ ਆਹ ਅੰਮ੍ਰਿਤ ਸਾਨੂੰ ਮਿਲ ਜੇ ਕਿਤੇ। ਸਾਨੂੰ ਮਿਲਦਾ, ਅਸੀਂ ਛਕਦੇ ਨਹੀਂ। ਇਹ ਸ਼ਰਾਬ ਨੂੰ ਹੀ ਅੰਮ੍ਰਿਤ ਕਹੀ ਨੇ, ਇਹ ਅੰਮ੍ਰਿਤ ਹੈ ਸ਼ਰਾਬ। ਸੋ ਇਸ ਕਰਕੇ ਇਸ ਗੱਲ ਦਾ ਖਿਆਲ ਕਰੋ। ਮੈਂ ਤਨ ਅਵਗਣ ਇਤੜੇ, ਮੇਰੇ ਸਰੀਰ 'ਚ ਇੰਨੇ ਔਗਣ ਨੇ, ਇੰਨੇ ਔਗਣ ਨੇ। ਖਸਮ ਨਾ ਫੇਰੇ ਚਿੱਤ, ਖਸਮ ਤਾਂ ਮੇਰੇ ਵੱਲ ਚਿੱਤ ਵੀ ਨਹੀਂ ਕਰਦਾ, ਉਹਦਾ ਧਿਆਨ ਵੀ ਨਹੀਂ ਕਰਦਾ। ਕਹਿੰਦਾ ਤੁਰਿਆ ਫਿਰ ਇੱਧਰ। ਇੰਨੇ ਆਪਾਂ ਔਗਣਾਂ ਦੇ ਭਰੇ ਪਏ ਆ। ਤਿੰਨਾਂ ਲੋਕਾਂ ਦੇ ਮਾਲਕ ਦੇ ਸਾਹਮਣੇ ਬੈਠੇ ਆ। ਇੱਥੇ ਗੁਰਦੁਆਰੇ ਬਣੇ ਪਿੰਡਾਂ 'ਚ, ਸਵੇਰੇ ਭਾਈ ਜੀ ਪ੍ਰਕਾਸ਼ ਕਰਦੇ ਆ। ਉਹਦਾ ਹੋਰ ਵੀ ਕੰਮ ਹੁੰਦੇ ਨੇ, ਕਿਤੇ ਰੌਲ ਵੀ ਲਾਉਣੇ ਨੇ, ਕਿਤੇ ਆਹ ਵੀ ਕੰਮ ਹੈ, ਆਰਾਮ ਵੀ ਕਰਨਾ। ਸ਼ਾਮ ਨੂੰ ਫਿਰ ਰਾਸ ਹੋ ਜਾਂਦੀ। ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਇਕੱਲੇ ਹੀ ਰਹਿੰਦੇ ਨੇ। ਫਿਰ ਕਹਿਣਗੇ ਕੋਈ ਪੱਤਰੇ ਪਾੜ ਗਿਆ, ਕੋਈ ਕਹਿੰਦੇ ਥਰਮਾਲੇ ਐ ਕਰ ਗਿਆ। ਦੇਖੋ ਜੇ ਦਾ ਸਰੂਪ ਰੱਖਣਾ ਹੈ, ਪ੍ਰਕਾਸ਼ ਕਰਨਾ ਹੈ, ਫਿਰ ਸਾਰੇ ਘਰ ਆਪੋ ਆਪਣੀ ਜ਼ਿੰਮੇਵਾਰੀ ਲਓ। ਫਿਰ ਅੱਧਾ ਘੰਟਾ ਸਾਡੇ ਪਰਿਵਾਰ ਦਾ ਇੱਕ ਮੈਂਬਰ ਜਾ ਕੇ ਚੌਰ ਕਰਕੇ ਆਓ, ਫਿਰ ਅੱਧਾ ਘੰਟਾ ਅਗਲਾ ਪਰਿਵਾਰ ਦਾ ਮੈਂਬਰ ਆਓ। ਗੁਰਦੁਆਰੇ ਮੂਹਰੋਂ ਚੜ੍ਹੇ ਚੜ੍ਹਾਏ ਲੰਘ ਜਾਂਦੇ ਐ ਕਰਕੇ। ਜੇ ਕੋਈ ਬਹੁਤ ਐਮਰਜੈਂਸੀ ਕੰਮ ਹੈ ਫਿਰ ਠੀਕ ਹੈ, ਲੰਘ ਜਾਓ, ਕੋਈ ਨਹੀਂ, ਵੀ ਜ਼ਰੂਰੀ ਕੰਮ ਹੈ। ਨਹੀਂ ਤਾਂ ਸਾਈਕਲ ਖੜਾਓ, ਸਕੂਟਰ ਕਾਰ ਖੜਾ ਕੇ ਅੰਦਰ ਆਓ, ਹੱਥ ਪੈਰ ਧੋ ਕੇ। ਨਹੀਂ ਮੈਨੂੰ ਕਾਹਲੀ ਹੈ, ਮੈਂ ਉੱਥੋਂ ਕੰਮ ਕਰਨਾ। ਉੱਥੇ ਫਾਟਕ ਬੰਦ ਹੋ ਜੇ, ਉੱਥੇ ਅੱਧਾ ਘੰਟਾ ਖੜੇ ਰਹਿਣਗੇ ਜਾ ਕੇ। ਉੱਥੇ ਜਾਮ ਲੱਗ ਜੇ, ਲਾਲ ਬੱਤੀ ਤੇ ਤਾਂ ਵੀ ਖੜਦੇ ਹੀ ਹੋ ਜਾ ਕੇ। ਇੱਥੇ 10 ਮਿੰਟ ਖੜ ਕੇ ਰਾਜੀ ਨਹੀਂ ਹੈ ਮਹਾਰਾਜ ਕੋਲੇ। ਇੱਥੇ ਖੜੋ, ਆ ਕੇ ਚੌਰ ਕਰੋ। ਗੁਰਦੁਆਰੇ ਸਾਰੇ ਨਿਗਰਾਨੀ ਪਾਈ, ਸਫਾਈ ਸਫੂਈ।
ਅੱਛਾ ਜੇ ਇੱਥੇ ਕੋਈ ਸਫਾਈ ਨਾ ਕਿੱਥੇ ਗ੍ਰੰਥੀ ਉਰੇ ਹੋਏ ਆ ਸਫਾਈ ਨਹੀਂ ਕੀਤੀ ਤੂੰ ਅੱਜ ਉਹ ਨਹੀਂ ਇਹ ਤਰੀਕਾ ਨਹੀਂ ਹੈਗਾ ਆਪ ਝਾੜੂ ਫੜ ਲਓ ਸਫਾਈ ਕਰੋ ਇੱਕ ਪਾਸੇ ਕਹਿਣਗੇ ਇਹ ਜੀ ਤਾਂ ਇਹ ਤਾਂ ਵਜ਼ੀਰ ਹੁੰਦੇ ਮਹਾਰਾਜ ਦੇ ਵਜ਼ੀਰ ਆ ਗ੍ਰੰਥੀ ਸਿੰਘ ਪਰ ਇਹ ਕਹਿੰਦੇ ਵੀ ਜੇ ਇਹਨੇ ਸਕੂਟਰ ਲੈ ਲੈਣਾ ਜਾਨ ਨਿਕਲ ਜਾਏ ਵੀ ਵਜ਼ੀਰ ਨੇ ਸਕੂਟਰ ਕਿਉਂ ਲੈ ਲਿਆ ਇਹ ਤਾਂ ਟੁੱਟੇ ਸਾਈਕਲ ਤੇ ਹੀ ਚਾਹੀਦਾ ਸੀ ਜੇ ਭਾਈ ਸਾਹਿਬ ਨੇ ਕਿਤੇ ਕਾਰ ਲੈ ਲਈ ਫਿਰ ਤਾਂ ਹੀ ਪੁੱਠੇ ਹੋ ਕੇ ਡਿੱਗ ਪੈਣ ਨਾਲੇ ਇਹਨੇ ਵਜ਼ੀਰ ਆ ਵਜ਼ੀਰ ਤਾਂ ਨੇੜੇ ਲਾਲ ਬੱਤੀਆਂ ਲਾਈ ਫਿਰਦੇ ਨੇ ਮੂਹਰੇ ਜਿਪਸੀ ਹੈ ਪਿੱਛੇ ਜਿਪਸੀ ਇਹ ਵਜ਼ੀਰ ਹੈ ਰੁਪਈਆ ਹੀ ਰੁਪਈਆ ਤੇ ਭਾਈ ਜੀ ਵਿਚਾਰੇ ਨੂੰ ਪੁੱਛੇ ਤੇਰੀ ਤਨਖਾਹ ਕਿੰਨੀ 250 500 700 ਉਹ ਤਾਂ ਦੁੱਧ ਦੇ ਪੈਸੇ ਵੀ ਨਹੀਂ ਦੇ ਹੁੰਦੇ ਭਾਈ ਜੀ ਤਾਂ ਤੂੰ ਸਿੱਖੀ ਦਾ ਪ੍ਰਚਾਰ ਕੀ ਭਾਲਦੇ ਹੋ ਤੂੰ ਪਿੰਡਾਂ ਦੇ ਜਿੰਨੇ ਭਾਈ ਜੀ ਵਿਚਾਰੇ ਉਹਨਾਂ ਨੂੰ ਫਿਕਰ ਪਿਆ ਹੁੰਦਾ ਆ ਮੇਰੇ ਕੋਲ ਆ ਕੇ ਸਾਰੇ ਰੋਂਦੇ ਜਿਹੜੇ ਮੈਨੂੰ ਜਾਣਦੇ ਮੈਂ ਕਹਿੰਦਾ ਕੋਈ ਨਹੀਂ ਆ ਲੈ ਫੜ ਕਰਾ ਆਪਰੇਸ਼ਨ ਆ ਤੂੰ ਬੱਚੇ ਦੀ ਫੀਸ ਕਰ ਆ ਬਾਹ ਕਰ ਆ ਕਰ ਸਾਡੇ ਗੁਰਦੁਆਰੇ ਦੇਖੋ ਜੀ ਆ ਵੀ ਨਹੀਂ ਆ ਕਰਾਉਂਦੇ ਨਹੀਂ ਕਮੇਟੀ ਵਾਲੇ ਉਲਟਾ ਮੈਂ ਪੈਸੇ ਦਿੰਦਾ ਉਹਨਾਂ ਨੂੰ ਜਾ ਆਪਣੇ ਗੁਰਦੁਆਰੇ ਜੋ ਕਰਾ ਲਾ ਕੂਲਰ ਲਾ ਦੇ ਮਹਾਰਾਜ ਚਾਣਨੀ ਬਦਲ ਦੇ ਕਿਉਂ ਬਸ ਕੱਲੀਆਂ ਪ੍ਰਧਾਨਗੀਆਂ ਲੈਣੀਆਂ ਕੱਲੀਆਂ ਸੈਕਟਰੀ ਪਾਉਣਾ ਹੀ ਕਰਨਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਨਵਾਬ ਕਪੂਰ ਸਿੰਘ ਨੇ ਸੇਵਾ ਕੀਤੀ ਸੀ ਨਾਲੇ ਨਵਾਬੀ ਲਈ ਨਾਲੇ ਪੱਖਾ ਵੀ ਕੀਤਾ ਸੀ ਇਸ ਕਰਕੇ ਸਾਰੇ ਜਾਣੇ ਸਤਿਗੁਰੂ ਮਹਾਰਾਜ ਦੇ ਪਰਨ ਕਰ ਲਓ ਇਸ ਗੱਲ ਦਾ ਜੇ ਕੋਈ ਭਲਾ ਚਾਹੁੰਦੇ ਧਰਤੀ ਦਾ ਤੇ ਪਰਿਵਾਰ ਦਾ ਉੱਤਰ ਕੇ ਹੱਥ ਪੈਰ ਧੋ ਕੇ 10 ਮਿੰਟ ਚੌਰ ਕਰਕੇ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਪਤਾ ਲੈ ਜੋ ਮਹਾਰਾਜ ਬੈਠੇ ਨੇ ਏਡੇ ਵੱਡੇ ਮਾਲਕ ਨੇ ਜੇ ਇੱਥੇ ਕਿਸੇ ਮਿਨਿਸਟਰ ਨੇ ਆਉਣਾ ਤੁਹਾਡੇ ਪਿੰਡ ਸਾਰੇ ਪ੍ਰੋਗਰਾਮ ਕੈਂਸਲ ਅੱਜ ਮਿਨਿਸਟਰ ਇੱਥੇ ਆ ਰਿਹਾ ਜੀ ਬੜਾ ਇਕੱਠ ਹੋਊਗਾ ਸਾਰੇ ਆ ਜਾਣਗੇ ਇਲਾਕਾ ਇਕੱਠਾ ਹੋ ਜਾਊਗਾ ਜਦੋਂ ਕੋਈ ਮਿਨਿਸਟਰ ਬਣਦਾ ਚਾਹੇ ਪ੍ਰਧਾਨ ਮੰਤਰੀ ਵੀ ਕੋਈ ਬਣਦਾ ਚਾਹੇ ਬਾਹਰਲੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਕਿ ਨਹੀਂ ਕੌਣ ਵੱਡਾ ਫਿਰ ਆ ਪਟਿਆਲੇ ਜਿੰਨੇ ਜਿੱਤਦੇ ਨੇ ਪਹਿਲਾਂ ਦੁੱਖ ਨਿਵਾਰਨ ਸਾਹਿਬ ਮੱਥਾ ਟੇਕਣ ਆਉਂਦੇ ਨੇ ਕੌਣ ਵੱਡਾ ਮਹਾਰਾਜ ਵੱਡੇ ਆ ਨਾ ਮਹਾਰਾਜ ਜੀ ਸਭ ਨੂੰ ਬਣਾਉਂਦੇ ਨੇ ਫਿਰ ਤੁਸੀਂ ਮਹਾਰਾਜ ਜੀ ਇੰਨੀ ਨਕਦਰੀ ਕਿਉਂ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਦੇਖੋ ਜਿੰਨੀ ਸੇਵਾ ਕਰੋਗੇ ਉਨੀ ਹੀ ਤੁਹਾਡੇ ਤੇ ਕਿਰਪਾ ਹੋ ਜਾਣੀ ਹੈ ਤੁਸੀਂ ਇੱਕ ਵਾਰ ਕਰਕੇ ਦੇਖੋ ਜਦੋਂ ਹੁਣ ਘਰੇ ਬੈਠੇ ਲੜੀ ਜਾਣਗੇ ਨਿਆਣਿਆਂ ਨਾਲ ਕਦੇ ਜਨਾਨੀ ਨਾਲ ਲੜਨ ਲੱਗ ਜਾਂਦੇ ਆ ਕਦੇ ਉਹ ਨਾਲ ਲੜਨ ਦਾ ਤਾਂ ਤੁਹਾਡੇ ਕੋਲ ਟਾਈਮ ਹੈ ਤਾਂ 2 ਘੰਟੇ ਪਰ ਤੁਹਾਡੇ ਕੋਲ ਸੇਵਾ ਦਾ ਟਾਈਮ ਨਹੀਂ ਹੈ ਮਹਾਰਾਜ ਵਾਸਤੇ ਇਸ ਕਰਕੇ ਸਭ ਤੋਂ ਵੱਧ ਜੇ ਤੁਸੀਂ ਸਭ ਕੁਝ ਚਾਹੁੰਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੋ ਵੱਧ ਤੋਂ ਵੱਧ ਸੰਗ ਸ਼ਰਮ ਨਾ ਕਰਿਆ ਕਰੋ ਵੀ ਮੈਂ ਐਡਾ ਵੱਡਾ ਬੰਦਾ ਐ ਨਾ ਕਰਿਆ ਕਰੋ ਮਹਾਰਾਜ ਆਪ ਝਾੜੂ ਲਾਉਂਦੇ ਹੁੰਦੇ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੇ ਅਖੀਰਲੇ ਟਾਈਮ ਤੇ 6ਵੇਂ ਪਾਤਸ਼ਾਹ ਨੇ ਕਿਹਾ ਬਾਬਾ ਤੂੰ ਸਾਰੀ ਜ਼ਿੰਦਗੀ ਮੈਥੋਂ ਕੁਝ ਨਹੀਂ ਮੰਗਿਆ ਮੰਗ ਕੀ ਮੰਗਦਾ ਕਹਿੰਦੇ ਸਭ ਕੁਝ ਹੈ ਸਭ ਕੁਝ 2 ਵਾਰੀ ਹੋ ਗਿਆ ਤੀਜੀ ਵਾਰ ਕਹਿੰਦੇ ਜ਼ਰੂਰ ਮੰਗੋ ਬਾਬਾ ਜੀ ਨੇ ਨਵਾਂ ਝਾੜੂ ਰੱਖਿਆ ਸੀ ਪੈਂਦ ਵੱਲ ਦਰੀ ਥੱਲੇ ਝਾੜੂ ਕੱਢ ਕੇ ਕਹਿੰਦੇ ਆਹ ਝਾੜੂ ਹੈ ਇਹ ਮੇਰੇ ਪੁੱਤ ਨੂੰ ਫੜਾ ਦਿਓ ਇੱਕ ਵਾਰ ਦਿਓ ਜਦੋਂ ਤੱਕ ਚੰਦਰਮਾ ਸਤਾਰੇ ਤੇ ਧਰਤੀ ਰਹੇ ਮੇਰੀ ਔਲਾਦ ਝਾੜੂ ਮਾਰੇ ਗੁਰੂ ਘਰ 'ਚ ਐਡੀ ਵੱਡੀ ਸੇਵਾ ਮੰਗੀ ਬਾਬਾ ਬੁੱਢਾ ਜੀ ਨੇ ਆਪਣੀ ਔਲਾਦ ਲਈ ਕੋਈ ਰਾਜ ਨਹੀਂ ਮੰਗਿਆ ਪਰ ਇੱਕ ਗੱਲ ਯਾਦ ਰੱਖਿਓ ਜੇ ਗੁਰੂ ਘਰ ਵਿੱਚ ਝਾੜੂ ਲਾ ਦੋਗੇ ਨਾ ਪਰਲੋਕ ਤੱਕ ਸਫਾਈਆਂ ਹੋ ਜਾਣੀਆਂ ਤੁਹਾਡੀਆਂ ਆਪਣੀਆਂ ਵੀ ਐਨ ਗੰਦ ਨਿਕਲ ਜਾਣਾ ਸਾਰਾ ਉਹ ਕਹਿਣਗੇ ਜੀ ਫਲਾਣੇ ਧਰਮ ਵਾਲਿਆਂ ਦਾ ਡੇਰਾ ਬੜਾ ਵਧੀਆ ਉਹ ਡੇਰਾ ਆ ਤੁਹਾਡੇ ਤੋਂ ਕਲੀ ਵੀ ਨਹੀਂ ਹੋਈ ਲਚਕਾ ਕੇ ਰੱਖੋ ਗੁਰਦੁਆਰੇ ਨੂੰ ਵਧੀਆ ਰੱਖੋ ਕਈ ਪਿੰਡਾਂ ਜਾਂਦੇ ਨਿਸ਼ਾਨ ਸਾਹਿਬ ਦਾ ਕੱਪੜਾ ਪਾਟਿਆ ਕਿਤੇ ਆਹ ਹੋਇਆ ਵੇ ਕਿਤੇ ਉੱਥੇ ਪਲਸਤਰੀ ਨਹੀਂ ਹੋਇਆ ਤਾਂ ਤੁਹਾਨੂੰ ਹਲੂਣਾ ਥੋੜਾ ਦਿੱਤਾ ਵੀ ਤੁਸੀਂ ਇੰਨੇ ਨਾ ਉਹ ਤੁਹਾਡੇ ਤਾਂ ਘਰ ਦੂਰੋਂ ਲਿਸ਼ਕਦੇ ਉਹ ਖੇਤ 'ਚ ਕਿੱਡੀ ਕੋਠੀ ਪਾਈ ਬਈ ਬੜੀ ਕੋਠੀ ਦੂਰੋਂ ਲਿਸ਼ਕਦੀ ਤੇ ਗੁਰਦੁਆਰੇ ਦੀ ਕੰਧ ਨੂੰ ਕਲੀ ਵੀ ਨਹੀਂ ਹੋਈ ਮੈਂ ਤਾਂ ਵੈਸੇ ਉਦਾਹਰਨ ਦਿੰਦਾ ਤੁਹਾਨੂੰ ਲਾ ਕੇ ਨਹੀਂ ਕਹਿੰਦਾ ਇਸ ਕਰਕੇ ਗੁਰੂ ਘਰ 'ਚ ਵੜਦੇ ਹੀ ਪਤਾ ਲੱਗ ਜਾ ਮਿਲਟਰੀ ਵਾਲੇ ਦੇਖੋ ਇਹਨਾਂ ਦੇ ਜਿੱਥੇ ਵੀ ਗੁਰਦੁਆਰਾ ਬਣਾਉਂਦੇ ਨਾ ਇੰਨਾ ਸਜਾ ਕੇ ਰੱਖਦੇ ਨੇ ਬੜਾ ਸੋਹਣਾ ਔਰ ਗੁਰਦੁਆਰੇ ਦੇ ਗ੍ਰੰਥੀ ਨੂੰ ਕੈਪਟਨ ਦਾ ਦਰਜਾ ਦਿੱਤਾ ਉਹਨਾਂ ਨੇ ਕੈਪਟਨ ਸਾਹਿਬ ਨੂੰ ਜਾ ਕੇ ਪਹਿਲਾਂ ਸਲੂਟ ਮਾਰਦੇ ਸਾਰੇ ਇਹ ਨਹੀਂ ਹੁੰਦਾ ਵੀ ਉੱਥੇ ਗ੍ਰੰਥੀ ਹੈ ਜੀ ਇਹ ਜ਼ੀਰੋ ਬਣਾ ਕੇ ਬਿਠਾਇਆ ਹੋਇਆ ਉੱਥੇ
ਇਸ ਕਰਕੇ ਸਾਡੀ ਕੌਮ ਨੇ ਇਹ ਦਰਜਾ ਗ੍ਰੰਥੀ ਸਿੰਘਾਂ ਨੂੰ ਦਿੱਤਾ ਨਹੀਂ, ਰਾਗੀ ਸਿੰਘਾਂ ਨੂੰ ਦਿੱਤਾ ਨਹੀਂ। ਕਹਿਣ ਨੂੰ ਵਜ਼ੀਰ ਹੈ ਜੀ, ਇਹ ਵਿਚਾਰਾ ਭੁੱਖਾ ਮਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਰਾਤੀ, ਹੁਣ ਕੀ ਕਹਿੰਦੇ, ਮਹੱਲਾ ਪਹਿਲਾ, ਹਉ ਬਲਿਹਾਰੀ ਤਿਨ ਕੋ ਸਿਫਤ ਜਿਨ੍ਹਾਂ ਦਾ ਬਾਤ। ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰੋ ਸਾਡੇ ਤੇ। ਸਭੇ ਕੰਤੈ ਰੱਤੀਆਂ ਮੈਂ ਦੁਹਾਗਣ ਕਿਤ। ਪਹਿਲਾਂ ਤਾਂ ਕਹਿੰਦੇ ਨਾਨਕ ਕੰਤੈ ਰੱਤੀਆਂ ਪੁੱਛੈ ਬਾਤੜੀਆਂ। ਕਹਿੰਦੇ ਮੈਂ ਤਾਂ ਦੁਹਾਗਣੀ ਆ ਮਹਾਰਾਜ, ਬਿਲਕੁਲ ਜਿਵੇਂ ਦੁਹਾਗਣੀ ਹੁੰਦੀ। ਮੈਂ ਤਾਂ ਤੁਹਾਡੇ ਤੋਂ ਬੇਮੁਖ ਹੈ। ਮੈਂ ਤਾਂ ਨਾ ਅਵਗਣ ਇਤੜੇ ਖਸਮ ਨਾ ਫੇਰੇ ਚਿੱਤ। ਕਹਿੰਦੇ ਮੇਰੇ ਵੱਲ ਤਾਂ ਖਸਮ ਮਾਲਕ ਚੇਤੀ ਨਹੀਂ ਫੇਰਦਾ। ਕਿਉਂ? ਸ਼ਰਾਬ ਮੈਂ ਪੀਂਦਾ, ਆਹ ਮੈਂ ਖਾਂਦਾ, ਆਹ ਮੈਂ ਕਰਦਾ, ਮਾੜੇ ਕੰਮ ਕਰਦਾ, ਔਗਣਿਆਰਾ। ਮਹੱਲਾ ਪਹਿਲਾ, ਹਉ ਬਲਿਹਾਰੀ ਤਿਨ ਕਉ ਸਿਫਤ ਜਿਨ੍ਹਾਂ ਦਾ ਬਾਤ। ਜਿਨ੍ਹਾਂ ਦੇ ਬਾਤ ਮੁੱਖ ਵਿੱਚ ਹਰ ਵਕਤ ਸਿਫਤ ਹੀ ਹੈ। ਕਿਉਂਕਿ ਉਹਨਾਂ ਨੂੰ ਸਮਝ ਲੱਗ ਗਈ ਵੀ ਸਿਫਤ ਕਰਨ ਵਿੱਚ ਆ ਜਿਹੜੇ ਲੋਕ ਨਾ ਲੀਡਰਾਂ ਨਾਲ ਜੁੜੇ ਹੁੰਦੇ ਨੇ, ਤੁਸੀਂ ਦੇਖੋ ਜਿੱਥੇ ਬਹਿਣਗੇ ਫਲਾਨਾ ਸਾਹਿਬ, ਉਹ ਜੀਭ ਸੁੱਕ ਜਾਂਦੀ ਸ਼ਾਮ ਤੱਕ। ਉਹ ਲੀਡਰ ਦੀ ਵੀ ਸਿਫਤ ਕਰੀ ਜਾਣਗੇ। ਕਰੋ, ਪਰ ਮਹਾਰਾਜ ਦੀ ਤਾਂ ਕਰੋ, ਅਕਾਲ ਪੁਰਖ ਦੀ ਸਿਫਤ ਤਾਂ ਕਰਿਆ ਕਰੋ। ਜਿਹਨੇ ਧਰਤੀ ਬਣਾਈ ਹੈ, ਜਿਹਨੇ ਆਕਾਸ਼ ਬਣਾਇਆ, ਜਿਹਨੇ ਸਭ ਕੁਛ ਆਪਾਂ ਨੂੰ ਬਣਾਇਆ, ਜਿਹਨੇ ਸਭ ਕੁਛ ਬਣਾਇਆ, ਜਿਹਨੇ 22 ਸ਼ਹੀਦੀਆਂ ਜਿਹਦੇ ਪਰਿਵਾਰ 'ਚੋਂ ਹੋਈਆਂ 10ਵੇਂ ਪਾਤਸ਼ਾਹ ਦੇ, ਕਦੇ ਉਹਨਾਂ ਨੂੰ ਤਾਂ ਤੁਸੀਂ ਸਿਫਤਿਆ ਨਹੀਂ, ਉਹਨਾਂ ਦੀ ਸਿਫਤ ਹੀ ਨਹੀਂ ਕਰਦੇ। ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਰਾਤ। ਇੱਕ ਮੈਂ ਦੁਹਾਗਣ ਰਾਤ। ਕਹਿੰਦੇ ਮੈਨੂੰ ਵੀ ਇੱਕ ਦੁਹਾਗਣ ਨੂੰ ਬਖਸ਼ਿਸ਼ ਕਰ ਦਿਓ ਰਾਤ, ਭਾਵ ਅਵਸਥਾ ਰੂਪੀ ਰਾਤ। ਸਾਰੇ ਆਨੰਦ ਮਾਣ ਰਹੇ ਨੇ ਨਾਮ ਦਾ, ਮੈਨੂੰ ਵੀ ਬਖਸ਼ਿਸ਼ ਕਰ ਦਿਓ ਮਹਾਰਾਜ। ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ। ਮੈਂ ਮੰਗਤਾ ਤੁਹਾਡੇ ਦਾਨ ਮੰਗਣਾ, ਦਰ ਤੇ ਕਿਰਪਾ ਕਰਕੇ ਦਾਨ ਦੇ ਦਿਓ। ਕਹਿੰਦੇ ਕੀ ਲੈਣਾ? ਦੁੱਧ ਲੈਣਾ, ਪੁੱਤ ਲੈਣਾ, ਜ਼ਮੀਨ ਲੈਣੀ, ਜਾਇਦਾਦ, ਪੈਸਾ ਲੈਣਾ, ਰਾਜ ਲੈਣਾ, ਲੰਬੀ ਉਮਰ ਲੈਣੀ। ਕਹਿੰਦੇ ਨਹੀਂ ਮਹਾਰਾਜ, ਇਹ ਨਹੀਂ ਮੰਗਦਾ ਮੈਂ। ਸੁਲਝਿਆ ਹੋਇਆ ਗੁਰਮੁਖੀ ਕਹਿੰਦਾ, ਗੁਰਮੁਖ ਲੇਹੋ ਮਿਲਾਏ ਜਨ ਪਾਵੈ ਨਾਮ ਹਰ। ਕਹਿੰਦੇ ਮੈਨੂੰ ਤਾਂ ਇਹ ਸਤਿਗੁਰੂ ਜੀ ਆਪਣੇ ਨਾਲ ਮਿਲਾ ਲਓ, ਮੈਂ ਤਾਂ ਨਾਮ ਮੰਗਦਾ ਤੁਹਾਤੋਂ। ਇਹ ਹਰ ਜੀ ਮੈਨੂੰ ਤਾਂ ਨਾਮ ਜਪਣਾ ਬਖਸ਼ਿਸ਼ ਕਰ ਦਿਓ। ਤੁਸੀਂ ਕਦੇ ਨਾ 15-20 ਮਿੰਟ, ਅੱਧਾ ਘੰਟਾ ਇਕੱਲੇ ਬਹਿ ਕੇ ਸਿਰਫ ਵਾਹਿਗੁਰੂ ਵਾਹਿਗੁਰੂ ਮੂੰਹ ਨਾਲ ਉਨਾ ਕੁ ਬੋਲੋ ਜਿੰਨਾ ਕੰਨਾਂ ਨਾਲ ਸੁਣ ਜੇ। ਇੱਕ ਮਨ ਹੋ ਕੇ ਕਰੋ। ਇੱਕ 10 ਦਿਨ ਸਿਰਫ ਕਰ ਲਓ। 10 ਦਿਨ ਦੇ ਵਿੱਚ ਤੁਹਾਨੂੰ ਪਤਾ ਲੱਗ ਜੂ। ਸਿਰਫ ਸੁਣ ਕੇ ਕਹਿਣਾ ਵਾਹਿਗੁਰੂ 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 ਕਰੀ ਜਾਓ। ਇਹ ਚੀਜ਼ ਐਸੀ ਆ ਕਿ ਜਦੋਂ ਆਪਾਂ ਗੁਰਮੰਤਰ ਦਾ ਚਿਤਾਰਨਾ ਕੀਤਾ ਨਾ, ਗੁਰਮੰਤਰ ਦੇ ਨਾਂ ਹੀ ਬਖਸ਼ਿਸ਼ ਹੁੰਦੀ। ਕਹਿੰਦੇ ਅਨਹਦ ਸ਼ਬਦ ਵਜਾਏ, ਅੰਦਰ ਆਪਣੇ ਆਪ ਹੀ ਹੱਦ ਤੋਂ ਰਹਿਤ ਸ਼ਬਦ ਸ਼ੁਰੂ ਹੋ ਜਾਣਾ ਹੈ। ਆਪਣੇ ਅੰਦਰ ਸਾਰਿਆਂ ਵਿੱਚ ਹੁਣ ਵਾਹਿਗੁਰੂ ਹੋ ਰਿਹਾ ਅੰਦਰ। ਇਹ ਤਾਂ ਹੁਣ ਫਿਰ ਉਹੀ ਗਾਹਣ ਲੀਆਂ ਗੱਲਾਂ ਆਈਆਂ। ਕੰਧਾਂ ਵਿੱਚ ਵੀ ਜਾਪ ਹੁੰਦਾ, ਦਰਖਤਾਂ 'ਚ ਵੀ ਹੁੰਦਾ, ਧਰਤੀ ਆਕਾਸ਼ ਵਿੱਚ ਵੀ ਸਭ ਕੋਈ ਜਾਪ ਕਰਦਾ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਅਵਸਥਾ ਬਣ ਜਾਂਦੀ ਹੈ। ਜੋਤੀ ਜੋਤ ਧਰ, ਕਹਿੰਦੇ ਜੋਤ ਵਿੱਚ ਜੋਤ ਮਿਲ ਜਾਂਦੀ ਉਹਦੀ। ਅਨਹਦ ਸ਼ਬਦ ਵਜਾਏ, ਮਿਹਨਤ ਕਰੋਗੇ ਤਾਂ ਇਹ ਗੱਲ ਪੱਕੀ ਹੈ, ਹੋ ਜਾਂਦਾ। ਹਾਲੇ ਆ ਇੱਕ ਨੌਜਵਾਨ 19-20 ਸਾਲ ਦਾ ਹੋਸਟਲ 'ਚ ਪੜ੍ਹਦਾ, ਹਾਲੇ ਇੱਧਰ ਬਠਿੰਡੇ ਵੱਲ। ਉਹ ਕਹਿੰਦਾ ਗਿਆਨੀ ਜੀ ਕਿ ਹੁਣ ਪ੍ਰੋਬਲਮ ਆ ਗਈ, ਮੈਂ ਕਥਾ ਸੁਣ ਕੇ ਹੁਣ ਸਿਮਰਨ ਵੀ ਕਰਦਾ, ਬੰਦਗੀ ਵੀ ਕਰਦਾ। ਕਹਿੰਦਾ ਜੇ ਕੋਈ ਮਨ 'ਚ ਸੋਚਦਾ ਮੈਨੂੰ ਸੁਣ ਜਾਂਦਾ ਵੀ ਇਹ ਆਹ ਗੱਲ ਸੋਚਦਾ। ਕਹਿੰਦਾ ਮੇਰੇ ਘਰ ਦੇ ਕੁਝ ਸੋਚਦੇ ਸੀ, ਕਹਿੰਦੇ ਮੈਂ ਮੂੰਹ 'ਤੇ ਬੋਲਦਾ ਉਹਨਾਂ ਦੇ ਵੀ ਤੁਸੀਂ ਤਾਂ ਆਹ ਸੋਚਦੇ ਹੋ। ਹੁਣ ਕਹਿੰਦਾ ਉਹ ਮੇਰੇ ਮੰਗਰ ਪਏ ਹੋ ਵੀ ਤੈਨੂੰ ਕਿਵੇਂ ਪਤਾ ਲੱਗ ਗਿਆ। ਮੈਂ ਕਿਹਾ ਤੂੰ ਹੀ ਕਹਿ, ਮੈਂ ਤਾਂ ਅੰਦਾਜ਼ਾ। ਕਹਿੰਦਾ ਮੈਂ ਕਿਹਾ ਮੈਂ ਅੰਦਾਜ਼ਾ ਲਾਇਆ ਲੈ, ਮੈਂ ਹੁਣ ਖਹਿੜਾ ਛਡਾਉਣਾ ਕਹਿੰਦਾ ਮੈਂ ਔਖਾ ਹੋ ਗਿਆ। ਕਹਿੰਦਾ ਜੀ ਕੰਧ ਹੈ, ਕੰਧ ਦੇ ਪਰਲੇ ਪਾਸੇ ਕੌਣ ਹੈ, ਕੀ ਕਰ ਰਿਹਾ? ਕਹਿੰਦਾ ਮੈਨੂੰ ਐਂ ਦੇਖਣ ਲੱਗ ਜਾਂਦਾ। ਹਾਲੇ 20 ਸਾਲ ਦਾ ਹੀ ਨਿਆਣਾ, ਸਾਰਾ ਕੁਝ ਪਤਾ ਲੱਗਣ ਲੱਗ ਜਾਂਦਾ। ਇਹ ਤਾਂ ਬੜੀ ਅਵਸਥਾ ਵਾਲੇ ਵੀ ਬੈਠੇ ਆ, ਜਿਨ੍ਹਾਂ ਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ, ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਸਾਰਾ ਕੁਝ ਹੀ ਪਤਾ। ਬੜੀ ਬੜੀ ਅਵਸਥਾ ਬਾਣੀ ਬਖਸ਼ਿਸ਼ ਕਰਦੀ ਹੈ। ਤੁਸੀਂ ਥੋੜ੍ਹੀ ਮਿਹਨਤ ਨਹੀਂ ਕੀਤੀ, ਹੁਣ ਗੁਨਾਹ ਜ਼ਿਆਦਾ ਕਰ ਲਿਆ। ਚਲੋ ਜੱਜ ਸ਼ੌਂਕ ਨਵਾਂ ਨਵਾਂ ਉੱਠਿਆ ਲੱਗਣ ਦਾ, ਹੁਣ ਲੱਗਦਿਆਂ ਸਾਰ ਕਹਿੰਦੇ ਮੈਨੂੰ ਤਾਂ ਹੋਇਆ ਹੀ ਨਹੀਂ ਸ਼ੁਰੂ। ਪਹਿਲਾਂ ਪਾਪਾਂ ਨੂੰ ਵੀ ਤਾਂ ਮਿਟੋਗੇ ਨਾ ਆਪਣਿਆਂ ਨੂੰ। ਪਹਿਲਾਂ ਤਾਂ ਪਾਪ ਮੇਟਦੇ ਹੀ 2-3 ਸਾਲ ਲੰਘ ਜਾਂਦੇ ਆ। ਗਲਤੀਆਂ ਕਰਨੀਆਂ ਬੰਦ ਕਰ ਦਿਓ। ਰੱਬ ਨੂੰ ਕਹੋ ਵੀ ਮਹਾਰਾਜ ਜੇ ਮਾਇਆ ਦੇਣੀ ਤਾਂ ਊਂ ਹੀ ਦੇ ਦੇ,
ਆ ਗਲਤੀਆਂ ਨਾਲ ਨਾ ਕਮਾਈਏ, ਪੁੱਠੇ ਕੰਮ ਕਰਕੇ ਮਾਇਆ ਇਕੱਠੀ ਨਾ ਕਰੀਏ। ਕਿਉਂਕਿ ਜੇ ਤੁਸੀਂ ਗਲਤੀਆਂ ਵਾਲੀ ਮਾਇਆ ਲਿਆਓਗੇ ਨਾ ਘਰ 'ਚ, ਘਸਮਾਉਣ ਪਿਆ ਰਹੂ, ਲੜਾਈ ਹੁੰਦੀ ਰਹੂ। ਆ ਜਿਹੜੇ ਰਿਸ਼ਵਤ ਲੈਂਦੇ ਨੇ, ਇਹਨਾਂ ਦੇ ਘਰਾਂ ਜਾ ਕੇ ਦੇਖੋ, ਇੰਨਾ ਕਲੇਸ਼ ਹੁੰਦਾ। ਇਹ ਮੈਂ ਤੁਹਾਨੂੰ ਦੱਸਿਆ, ਮਾਇਆ ਹੀ ਤੁਹਾਨੂੰ ਦੁੱਖ ਦਊਗੀ, ਮਾਇਆ ਹੀ ਸੁੱਖ ਦਊਗੀ। ਅੱਧੀ ਰੋਟੀ ਘੱਟ ਖਾ ਲਓ, ਫਿਰ ਦੇਖੋ ਸੁੱਖ ਦੀ ਰੋਟੀ ਖਾਓ ਬਸ। ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਪਿਤਾ ਬਾਬਾ ਖਜ਼ਾਨ ਸਿੰਘ ਜੀ ਸੀਗੇ, ਉਹ ਖੇਤੀਬਾੜੀ ਕਰਦੇ। 101 ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਸੀ, ਤੇ ਗੁਰੂ ਗ੍ਰੰਥ ਸਾਹਿਬ ਸਾਰਾ ਕੰਠ ਸੀ ਉਹਨਾਂ ਨੂੰ। ਐ ਬਸ ਸ਼ੁਰੂ ਕਰਕੇ ਪਾਠ, ਪਾਠੀ ਨੂੰ ਕਹਿਣਾ ਤੂੰ ਦੇਖੀ ਜਾਈ, ਆਪ ਐਂ ਬਹਿ ਜਾਣਾ, ਬਸ ਬੋਲੀ ਜਾਣਾ। ਪੂਰਾ ਪਾਠ ਭੋਗ ਪਾ ਕੇ ਉੱਠਦੇ ਹੁੰਦੇ ਸੀ, ਜ਼ਬਾਨੀ ਬੋਲ ਕੇ ਕਰਨੇ। ਤੇ ਖੇਤੀ ਕਰਨੀ ਆ, ਚਾਰੇ ਪਾਸੇ ਲੱਗਦੀਆਂ ਵੱਟਾਂ। ਜਦੋਂ ਬੋਹਲ ਕੱਢ ਲੈਣਾ ਕਣਕ ਦਾ, ਇੱਕ ਇੱਕ ਟੋਕਰਾ ਭਰ ਕੇ ਚਾਰੇ ਪਾਸੇ ਵਾਲਿਆਂ ਬੋਲਾਂ 'ਚ ਪਾਇਆ ਹੋਣਾ। ਕਹਿੰਦੇ ਬਾਬਾ ਜੀ, ਇਹ ਕਹਿੰਦੇ ਭਾਈ ਪਤਾ ਨਹੀਂ ਹੁੰਦਾ, ਕੋਈ ਬੱਲੀ ਉੱਡ ਕੇ ਨਾ ਆ ਗਈ ਹੋਵੇ, ਐ ਫਿਰ ਲੇਖਾ ਦੇਣਾ ਪੈ ਜੂ। ਭਗਤ ਫਰੀਦ ਜੀ ਜੋ ਛੋਟੇ ਜਿਹੇ ਸੀ, ਭੋਲੇ ਬਹੁਤ ਸੀਗੇ। ਭੋਲਿਆਂ ਨੂੰ ਰੱਬ ਮਿਲਦਾ, ਬਹੁਤੇ ਭੋਲੇ ਸੀ। ਚੋਰ ਤੁਰੇ ਜਾਣ, ਕਹਿੰਦੇ ਅੱਜ ਤੂੰ ਚੱਲਣਾ ਚੋਰੀ ਕਰਨ। ਉਹਨੇ ਸੋਚਿਆ ਕੋਈ ਚੰਗੀ ਚੀਜ਼ ਹੋਣੀ, ਕਹਿੰਦਾ ਚਲੋ। ਰਾਤ ਨੂੰ ਅਨਾਜ ਮੰਡੀ ਇੱਥੇ ਬੋਹੜ ਲੱਗੇ ਸੀ, ਉਹ ਤਾਂ ਬੋਰੀ ਭਰਨ ਲੱਗ ਗਏ। ਕਹਿੰਦੇ ਤੂੰ ਵੀ ਭਰ ਲੈ ਇੱਧਰੋਂ। ਉੱਥੇ ਇੱਕ ਮਰਿਆ ਜਾਂ ਬਲਦ ਪਿਆ, ਬਲਦ ਹੱਸਣ ਲੱਗ ਗਿਆ। ਕੁਦਰਤ ਨੇ ਕੌਤਕ ਵਰਤਾਉਣਾ ਸੀ, ਬਲਦ ਹੱਸ ਪਿਆ। ਉਹ ਕਹਿੰਦਾ ਤੂੰ ਹੱਸਦਾ? ਕਹਿੰਦਾ ਮੈਂ ਕਹਿੰਦਾ ਪਿਛਲੇ ਜਨਮ ਵਿੱਚ ਜ਼ਿਮੀਂਦਾਰ ਸੀ, ਐਂ ਖੇਤਾਂ 'ਚ ਲੰਘਿਆ, ਇਹਦਾ ਕਣਕ ਪੱਕੀ ਹੋਈ ਸੀ। ਕਹਿੰਦਾ ਮੇਰੇ ਕਹਿੰਦਾ ਕੱਪੜੇ ਨਾਲ ਨਾ ਇਹ ਕਣਕ ਦਾ ਇੱਕ ਉਹ ਬੱਲੀ ਜਿਹੀ ਲੱਗ ਗਈ। ਕਹਿੰਦਾ ਮੈਂ ਉਹ ਤੋੜ ਕੇ 'ਚ ਦਾਣੇ ਕੱਢ ਕੇ ਖਾ ਲਏ। ਕਹਿੰਦਾ ਉਹ ਦਾਣੇ ਖਾਣ ਕਰਕੇ ਹੀ ਮੈਨੂੰ ਬਲਦ ਦਾ ਜਨਮ ਮਿਲਿਆ, ਲੇਖਾ ਦੇਣਾ ਪਿਆ। ਮੈਂ ਜਿਹੜਾ ਤੂੰ ਬੋਰੀ ਭਰ ਕੇ ਚੱਲੇ, ਤੂੰ ਖਾਨੀ ਕਿੰਨੇ ਜਨਮ ਬਲਦ ਬਣੇਗਾ। ਉਹ ਤਾਂ ਉੱਥੇ ਹੀ ਸਿੱਟ ਕੇ ਭੱਜ ਲਿਆ ਜੀ। ਫਰੀਦ ਕਹਿੰਦਾ ਇਹ ਤਾਂ ਬੜੀ ਮਾੜੀ ਚੀਜ਼ ਹੈ ਚੋਰੀ। ਤੇ ਜਿਹੜੇ ਆਪਾਂ ਖਾਂਦੇ ਆ ਨਾ ਸਵਾਦ ਨਾਲ ਇੱਧਰਲੀਆਂ ਉੱਧਰਲੀਆਂ ਚੀਜ਼ਾਂ, ਤੁਸੀਂ ਤਾਂ ਸਮਝਦੇ ਹੋ ਕੋਈ ਦੇਖਦਾ ਨਹੀਂ। ਆ ਹੁਣ ਕੈਮਰੇ ਲੱਗੇ ਹੋਏ ਨਾ, ਹੁਣ ਮੈਂ ਬਾਅਦ 'ਚ ਨਹੀਂ ਕਹਿ ਸਕਦਾ ਮੈਂ ਇਹ ਨਹੀਂ ਕਿਹਾ, ਮੈਂ ਇਹ ਨਹੀਂ ਕਿਹਾ। ਤੁਸੀਂ ਨਹੀਂ ਕਹਿ ਸਕਦੇ ਮੈਂ ਇੱਥੇ ਬੈਠਾ ਨਹੀਂ ਸੀ। ਇਹਨਾਂ ਕੈਮਰਿਆਂ 'ਚ ਸਾਰਾ ਕੁਝ ਕੈਦ ਹੋ ਜਾਣਾ। ਤੇ ਰੱਬ ਦਾ ਕੈਮਰਾ ਕਿੱਥੇ ਲੱਗਿਆ? ਕਹਿੰਦੇ ਗੁਪਤ ਕੈਮਰੇ ਲੱਗੇ ਹੋਏ ਫਲਾਨੇ ਦੀ ਕੋਠੀ 'ਚ। ਤੇ ਆਪਣਾ ਕੈਮਰਾ ਆਪਣੀ ਅੱਖਾਂ 'ਚ ਹੀ ਹੈ। ਨਾਲੇ ਤਾਂ ਆਪਾਂ ਨੂੰ ਦੇਖਣ ਦਾ ਵੀ ਕੰਮ ਹੁੰਦਾ, ਨਾਲੇ ਰਿਕਾਰਡਿੰਗ ਵੀ ਕਰਦਾ। ਅੰਦਰ ਚਿੱਪ ਜਿਹੜੀ ਲੱਗੀ ਆਤਮਾ ਦੀ, ਉਹਦੇ ਵਿੱਚ ਸਾਰਾ ਰਿਕਾਰਡ ਹੁੰਦਾ। ਕਹਿੰਦੇ ਹੁਣ ਤਾਂ ਮੈਨੂੰ ਕੋਈ ਦੇਖਦਾ ਹੀ ਨਹੀਂ, ਅੱਗੋਂ ਦੇਖਿਆ ਪਿੱਛੋਂ ਦੇਖਿਆ। ਕਹਿੰਦੇ ਤੁਝ ਤੇ ਕਹਾਂ ਛੁਪਾਵੇ। ਆਪਾਂ ਛੁਪਾ ਨਹੀਂ ਸਕਦੇ ਰੱਬ ਤੋਂ, ਕਿਉਂਕਿ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਧਰੀ। ਉਹ ਤਾਂ ਜੋਤ ਦੇ ਵਿੱਚ ਹੀ ਤਾਂ ਬੈਠਾ, ਉਹ ਆਪ ਵੀ ਦੇਖਦਾ, ਮੈਨੂੰ ਵੀ ਦਿਖਾਈ ਜਾਂਦਾ। ਹੁਣ ਮੈਂ ਮੁੱਕਰ ਨਹੀਂ ਸਕਦਾ ਕਿ ਮੈਂ ਗਲਤੀ ਨਹੀਂ ਕੀਤੀ। ਉਹ ਤਾਂ ਹਰ ਵਕਤ ਆਪਾਂ ਨੂੰ ਦੇਖਦੇ ਰਹਿੰਦੇ ਨੇ। ਫਿਰ ਤੁਸੀਂ ਕਹਿੰਦੇ ਲੈ ਰੱਬ ਨੂੰ ਕਿਹੜਾ ਪਤਾ ਲੱਗਣਾ। ਧੋਖਾ ਨਾ ਕਰਿਆ ਕਰੋ, ਮਹਾਰਾਜ ਨੂੰ ਸਾਰਾ ਕੁਝ ਪਤਾ ਹੁੰਦਾ। ਹਿਰਦਾ ਹਰ ਗੁਣ ਗਾਏ, ਜੈ ਜੈ ਸ਼ਬਦ ਹਰ। ਕਹਿੰਦੇ ਹਿਰਦੇ ਦੇ ਵਿੱਚ ਉਹਦੇ ਗੁਣਾਂ ਦਾ ਗਾਇਨ ਕਰੋ, ਦਿਲੋਂ ਗਾਓ ਤੇ ਉਹਦੇ ਸ਼ਬਦ ਦਾ ਜੈ ਜੈਕਾਰ ਕਰੋ। ਹਰੀ ਦੇ ਸ਼ਬਦ ਦਾ ਭਾਵ ਹਰ ਵਕਤ ਜੈ ਜੈਕਾਰ ਕਰੋ, ਉਹਦੇ ਗੀਤ ਗਾਓ, ਭਾਵ ਨਾਮ ਜਪੋ, ਬਾਣੀ ਪੜ੍ਹੋ। ਜਗ ਮੈਂ ਵਰਤੈ ਆਪ ਹਰ। ਕਹਿੰਦੇ ਉਹ ਪਰਮੇਸ਼ਰ ਜੱਗ ਵਿੱਚ ਆਪ ਵਰਤਦਾ। ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ। ਕਹਿੰਦੇ ਉਹ ਸਾਰੇ ਜੱਗ ਵਿੱਚ ਵਰਤਦਾ। ਮਹਾਰਾਜ ਮੋਹਰ ਲਾ ਰਹੇ ਨੇ ਅਖੀਰਲੀ ਪੰਕਤੀ ਤੇ ਆਪਣੇ ਉਹ ਕਹੇ ਬਚਨ ਨੂੰ। ਇੱਕ ਗੱਲ ਯਾਦ ਰੱਖੋ, ਜਦੋਂ ਰਾਗੀ ਸਿੰਘ ਤੁਰਿਆ ਫਿਰੇ ਉਦੋਂ ਉਹ ਗੱਲ ਨਹੀਂ ਹੁੰਦੀ ਵੀ ਕੀਰਤਨ ਕਰਦਾ ਹੋਵੇ। ਉਦੋਂ ਸਤਿਗੁਰ ਆਪ ਉਹਦੇ 'ਚ ਵਰਤ ਕੇ ਕੀਰਤਨ ਕਰਦੇ ਹੁੰਦੇ ਆ। ਜਦੋਂ ਪਾਠੀ ਪਾਠ ਕਰਦਾ ਉਦੋਂ ਆਪ ਨਹੀਂ ਬੈਠਾ ਹੁੰਦਾ ਉੱਥੇ। ਜਦੋਂ ਕਥਾ ਵਾਲਾ ਬੈਠਾ ਹੁੰਦਾ ਉਦੋਂ ਉਹ ਆਪ ਨਹੀਂ ਕਰਦਾ ਹੁੰਦਾ, ਉਦੋਂ ਮਹਾਰਾਜ ਉਹਦੇ ਤੋਂ ਕਰਾ ਲੈਂਦੇ ਨੇ। ਆਪਾਂ ਜੋ ਸਿਧਾਂਤ ਰੱਖਿਆ ਉਹ ਸਤਿਗੁਰੂ ਮੋਹਰ ਲਾਉਂਦੇ ਨੇ। ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ। ਪ੍ਰੀਤ ਕਰ ਰੱਬ ਦੇ ਨਾਲ, ਦੂਜਾ ਦੇਖ ਹੀ ਨਾ ਬਸ। ਦਰ ਤੇ ਭਾਵੇਂ ਤੁਹਾਡੇ ਕੁੱਕਰ ਖੜ ਜੇ, ਰੋਟੀ ਪਾ ਦਿਓ। ਗਾਂ ਖੜ ਜੇ, ਉਹਨੂੰ ਵੀ ਰੋਟੀ ਆਵੇ। ਇੱਕ ਵਾਰ ਇੱਕ ਮਹਾਂਪੁਰਖਾਂ ਨੇ ਪਰਖ ਲਈ ਆਪਣੀ ਸੰਗਤ ਨੂੰ, ਕਹਿੰਦੇ ਅੱਜ ਰੱਬ ਨੇ ਆਉਣਾ, ਅੱਜ ਦੇਖਾਂਗੇ ਥੋੜੇ ਚੋਂ ਕਿੰਨੇ ਕੁ ਜਾਣੇ ਪਛਾਣਦੇ ਉਹਨੂੰ। ਰੱਬ ਹੁਣ ਕਿਸੇ ਰੂਪ 'ਚ ਵੀ ਆ ਜੇ। ਸਾਰਾ ਦਿਨ ਲੰਘ ਗਿਆ ਜੀ। ਉਹ ਸਾਰੇ ਜਣੇ ਦੇਖੀ ਜਾਣ, ਸੇਵਾਦਾਰ ਵਰਤਾਉਂਦੇ ਵੀ ਕੋਈ ਸਾਧੂ ਆਊਗਾ, ਕੋਈ ਸੰਤ ਆਊਗਾ।
ਰਾਤ ਨੂੰ ਮਹਾਂਪੁਰਖ ਕਹਿੰਦੇ ਕਹਿੰਦੇ ਪਛਾਣਿਆ ਨਹੀਂ ਅੱਜ ਤੁਸੀਂ? ਕਹਿੰਦੇ ਮਹਾਰਾਜ ਆਇਆ ਤਾਂ ਹੈ ਨਹੀਂ ਕੋਈ। ਉਹ ਕਹਿੰਦੇ ਗਾਂ ਸਾਰਾ ਦਿਨ ਸਾਹਮਣੇ ਖੜੀ ਰਹੀ, ਬੈਠੀ ਵੀ ਰਹੀ, ਕਿਸੇ ਨੇ ਪਛਾਣੀ ਨਹੀਂ। ਕਹਿੰਦੇ ਉਹ ਪਰਖ ਲੈਣੀ ਤਾਂ ਬੈਠਾ ਸੀ ਉੱਥੇ। ਉਹ ਤੁਸੀਂ ਸਾਰਿਆਂ ਨੂੰ ਰੋਟੀ ਦੇਈ ਜਾਂਦੇ ਹੋ, ਉਹਨੂੰ ਦਿੱਤੀ? ਕਹਿੰਦੇ ਨਾ ਜੀ। ਕਹਿੰਦੇ ਉਹ ਭੇਸ ਬਦਲ ਕੇ ਆ ਜਾਂਦਾ। ਪਰਮੇਸ਼ਰ ਤਾਂ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਵਰਤਦਾ, ਕਿਹੜੇ ਰੂਪ ਵਿੱਚ ਆ ਜਾਂਦਾ ਹੈ। ਇਸ ਕਰਕੇ ਆਪਾਂ ਸਾਰਿਆਂ ਨੇ ਪਹਿਚਾਨਣਾ, ਜਦੋਂ ਉਹਦੀ ਜੋਤ ਸਾਰਿਆਂ ਵਿੱਚ ਕੰਮ ਕਰਦੀ ਹੈ, ਫਿਰ ਸਾਰਿਆਂ ਵਿੱਚ ਜੋਤ ਨੂੰ ਦੇਖਦੇ ਹੋਏ ਆਪਦੇ ਮੂੰਹ ਨੂੰ ਰੋਟੀ ਨਾਲ ਲਿਜਾਓ। ਪਹਿਲਾਂ ਦੂਜੇ ਨੂੰ ਰੋਟੀ ਪੁੱਛੋ, ਪਹਿਲਾਂ ਗਰੀਬ ਨੂੰ ਖਵਾਓ। ਆ ਪਿੰਡ ਇੱਥੇ ਗੁਰਦੁਆਰਿਆਂ ਵਿੱਚ ਵੀ ਤੁਸੀਂ ਲੰਗਰ ਲਾਉਂਦੇ ਹੋ, ਸਾਰੇ ਆਪੇ ਪੰਗਤਾਂ ਲਾ ਕੇ ਬਹਿ ਕੇ ਖਾ ਜਾਂਦੇ ਹੋ। ਕਦੇ ਧਿਆਨ ਦਿੱਤਾ ਵੀ ਜਿਹੜੇ ਗਰੀਬ ਨੇ ਕਿਤੇ ਉਹਨਾਂ ਨੂੰ ਲੰਗਰ ਦਿੱਤਾ ਕਦੇ ਤੁਸੀਂ? ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜਿਉਣ। ਤੁਸੀਂ ਕਦੇ ਕਿਸੇ ਗਰੀਬ ਨੂੰ ਵੀ ਦਿਆ ਕਰੋ। ਅਸੀਂ ਪਟਿਆਲੇ ਲੰਗਰ ਕੀਤਾ ਚੌਥੇ ਪਾਏ ਅਵਤਾਰ ਦਿਹਾੜੇ ਤੇ। ਮੈਂ ਸੇਵਾਦਾਰ ਕੋਲ ਜਲੇਬੀਆਂ ਆਪਾਂ ਵੱਧ ਬਣਾਉਣੀਆਂ, ਲੰਗਰ ਵੀ। ਜਿਹੜੇ ਪਟਿਆਲੇ ਦੇ ਬਾਹਰ ਝੌਂਪੜੀਆਂ 'ਚ ਗਰੀਬ ਬੈਠੇ ਆ, ਉਹਨਾਂ ਨੂੰ ਜਾ ਕੇ ਜਲੇਬੀਆਂ ਖਵਾ ਕੇ ਆਓ। ਇਸ ਕਰਕੇ ਜੇ ਸੇਵਾ ਕਰਨੀ ਆ ਤਾਂ ਸਾਰਿਆਂ ਵਿੱਚ ਪਰਮਾਤਮਾ ਦੇ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸਾਰੇ ਲੈ ਕੇ ਚੱਲੋ। ਮਾਨੁਖ ਕੀ ਜਾਤ ਸਭੈ ਇੱਕ ਹੈ, ਪਹਿਚਾਨ ਬੋ। 10ਵੇਂ ਪਾਤਸ਼ਾਹ ਨੇ ਵੀ ਬਚਨ ਕੀਤਾ। ਉਹ ਵੱਖਰੀ ਗੱਲ ਹੈ, ਆਪਣਾ ਧਰਮ ਵੀ ਆਪਾਂ ਕਮਾਉਣਾ। ਪਰ ਇਹ ਲੋਕ ਕਹਿਣ ਵੀ ਆ ਸਿੱਖ ਚੰਗੇ ਬੜੇ ਹੁੰਦੇ ਆ, ਇਹ ਨਾ ਕੋਈ ਕਹੇ ਸਿੱਖ ਬਹੁਤ ਮਾੜਾ ਹੁੰਦਾ। ਇਹ ਨਾ ਕਹੇ। ਆਪਣੀ ਇਮੇਜ ਨੂੰ ਖਰਾਬ ਨਾ ਕਰੋ। ਆਪਣੀ ਇੱਜ਼ਤ ਆਪ ਬਣਾਉਣੀ ਆ। ਤੁਹਾਡੀ ਇੱਜ਼ਤ ਤੁਹਾਡੇ ਹੱਥ 'ਚ ਹੈ, ਤੁਸੀਂ ਆਪਣੀ ਇੱਜ਼ਤ ਨੂੰ ਆਪ ਬਣਾਉਣਾ। ਇੰਨੀਆਂ ਬੇਨਤੀਆਂ ਆਪਨੇ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੇ। ਔਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਉਣਾ, ਇਹ ਐਂ ਨਹੀਂ ਮਨਾਉਣਾ ਹੁੰਦਾ ਵੀ ਗੁਰਦੁਆਰੇ ਆ ਗਏ। ਨਹੀਂ, ਅੱਜ ਤੁਸੀਂ ਹੋਰ ਕੰਮ ਛੱਡ ਕੇ 9ਵੇਂ ਪਾਤਸ਼ਾਹ ਦੀ ਬਾਣੀ ਪੜ੍ਹੀ ਜਾਓ। ਔਰ 29 ਤਰੀਕ ਨੂੰ ਪੰਚਮੀ ਵਾਲੇ ਦਿਨ ਵੀ ਤੁਸੀਂ ਕੀ ਕਰਨਾ? ਦੇਗ ਬਣਾਉਣੀ। ਸਵੇਰੇ ਉੱਠ ਕੇ ਕੇਸੀ ਇਸ਼ਨਾਨ ਕਰਨਾ, ਫਿਰ ਦੇਗ ਬਣਾਉਣੀ ਹੈ। ਆਨੰਦ ਸਾਹਿਬ ਦਾ ਪਾਠ ਵੀ ਕਰਨਾ। ਅਨਪੜ੍ਹ ਜਿਹੜਾ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ। ਮੂਲ ਮੰਤਰ ਵਾਲੇ ਮੂਲ ਮੰਤਰ, ਜਪਜੀ ਸਾਹਿਬ ਵਾਲੇ ਜਪਜੀ ਸਾਹਿਬ, ਸੁਖਮਨੀ ਸਾਹਿਬ। ਇਹ ਜੇ ਹੋਰ ਨਹੀਂ ਕੁਛ ਆਉਂਦਾ ਫਿਰ ਮਾਲਾ ਫੜ ਕੇ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਕਰ ਨਾਉ ਨਿਧ ਆਵੈ ਤਾਏ, ਕਰ ਨਾਉ ਨਿਧ ਆਵੈ ਤਾਏ, ਕਰ ਨਾਉ ਨਿਧ ਆਵੈ ਤਾਏ, ਕਰ ਨਾਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਇਹ ਕਈ ਜਿਹੜੇ ਆ ਮਨ ਚਲੇ ਜੇ ਅੱਜ ਕੱਲ ਹੈ ਤਾਂ ਉਹ ਬੰਦੇ ਖਰਾਬ ਨੇ, ਵਿੱਚ ਪੈਸੇ ਪੂਸੇ ਲੈ ਕੇ ਛੱਡੇ ਹੋਏ ਨੇ। ਉਹ ਕਹਿੰਦੇ ਜੀ ਇਹ ਐਵੇਂ ਪੜ੍ਹੀ ਜਾਂਦੇ ਇਹਨੂੰ। ਇਹ ਜਿਹੜਾ ਨਾ ਦੇਗ ਬਣਾ ਕੇ ਕੋਲ ਬਹਿ ਕੇ 5-10 ਮਾਲਾ ਕਰਨੀਆਂ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਮੈਂ ਕੋਈ ਵੀ ਕੰਮ ਨੂੰ ਪ੍ਰੈਕਟੀਕਲ ਚੋਂ ਕੱਢਦਾ ਪਹਿਲਾਂ ਆਪ। ਮੈਂ ਕਰਕੇ ਦੇਖਿਆ, ਬੜੀ ਕਿਰਪਾ ਹੋਈ। ਤੁਸੀਂ ਵੀ ਕਰਕੇ ਦੇਖੋ। ਉਹ ਉਹਨਾਂ ਨੇ ਝੂਠ ਲਿਖਿਆ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਕਲਗੀਧਰ ਮਹਾਰਾਜ ਨੇ ਚੰਡੀ ਦੀ ਵਾਰ ਦੇ ਸ਼ੁਰੂ 'ਚ ਲਿਖਿਆ ਇਹ ਸਾਰਾ। ਜਦੋਂ ਆਪਾਂ ਹੁਣ ਦੇਖੋ, ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਜੇ ਕਿਸੇ ਨੂੰ ਦੁੱਖ ਚਿੰਬੜਿਆ, ਇੱਕ ਪੰਗਤੀ ਪੜ੍ਹੀ ਜਾਓ, ਇੱਕੋ ਹੀ, ਹੋਰ ਨਹੀਂ ਕੁਛ ਆਉਂਦਾ, ਇੱਕੋ ਹੀ ਪੰਗਤੀ ਪੜ੍ਹੀ ਜਾਓ, ਬਸ ਇੱਕ ਨਾਲ ਹੀ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ ਪੜ੍ਹੀ ਜਾਓ। ਇਹ ਤਾਂ ਜਿਹੜੇ ਹੁਣ ਮਹਾਂਪੁਰਖ ਹੁੰਦੇ ਨੇ, ਉਹ ਬੜੀਆਂ ਬੜੀਆਂ ਚੀਜ਼ਾਂ ਸਾਨੂੰ ਦੱਸ ਦਿੰਦੇ ਨੇ। ਇਹ ਤਾਂ ਬੜੀ ਵੱਡੀ ਕਿਰਪਾ ਹੋ ਜਾਂਦੀ ਹੈ। ਇਹ ਤਾਂ ਜੇ ਕਿਤੇ ਵੈਸੇ ਬਿਨਾ ਮਾਲਾ ਤੋਂ ਹੀ ਪੜ੍ਹੀ ਜਾਓ, ਹਰ ਵਕਤ ਪੜ੍ਹੀ ਜਾਓ, ਹਰ ਵਕਤ ਪੜ੍ਹੀ ਜਾਓ, ਹਰ ਵਕਤ ਨਾ, ਇੰਨੀ ਕਿਰਪਾ ਹੁੰਦੀ, ਫਿਰ ਤੁਹਾਨੂੰ ਆਪ ਹੀ ਨਜ਼ਰ ਆਊਗੀ ਬਸ ਵੀ ਹਾਂ ਮਹਾਰਾਜ ਬੜੀ ਕਿਰਪਾ ਕਰਦੇ ਨੇ ਸੱਚੇ ਪਾਤਸ਼ਾਹ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ।
ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ। ਸਾਰਿਆਂ ਪ੍ਰਬੰਧਕ ਜਨਾਂ ਦਾ, ਵੀਰਾਂ ਦਾ ਧੰਨਵਾਦ। ਮਾਈ ਭਾਈ ਸਭ ਦਾ ਧੰਨਵਾਦ ਹੈ। ਪਹਿਲੀ ਵਾਰ ਆਪਾਂ ਮਿਲੇ ਹਾਂ ਸੀੜੀਆਂ, ਉੱਦਾਂ ਤੁਸੀਂ ਸੁਣਦੇ ਹੋ ਕਈ ਵਾਰ ਇਹੀਆਂ ਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਮੇਰੇ ਕੋਲ, ਤੁਹਾਡੀ ਉਹ ਸਮਝ ਵਿੱਚ ਨਾ ਵੀ ਪੈ ਸਕਦੀਆਂ ਹੋਣ। ਉਹ ਇਸ ਕਰਕੇ ਸਾਰਿਆਂ ਨੇ ਉਸ ਤੱਕ ਪਹੁੰਚਣ ਲਈ ਬੰਦਗੀ ਕਰਨੀ, ਬੰਦਗੀ ਕਰਕੇ ਸਾਰਾ ਕੁਝ ਪਤਾ ਲੱਗੂਗਾ ਤੁਹਾਨੂੰ। ਕਈ ਚੀਜ਼ਾਂ ਐਸੀਆਂ ਜਿਹੜੀਆਂ ਆਪਾਂ ਇੱਧਰੋਂ ਉੱਧਰੋਂ ਕਈ ਵਾਰ ਸੁਣੀਆਂ, ਉਹ ਹੋਰ ਤਰ੍ਹਾਂ ਦੀਆਂ ਗੱਲਾਂ ਮਨ 'ਚ ਬੈਠੀਆਂ ਹੁੰਦੀਆਂ ਆਪਣੇ, ਉਹਨਾਂ ਗੱਲਾਂ ਨੂੰ ਛੱਡ ਦਿਓ। ਮੈਂ ਤਾਈਓ ਕਹਿਣਾ ਆਪਣੀ ਭਗਤੀ ਕਰੋ, ਪਰਮੇਸ਼ਰ ਦੀ ਭਗਤੀ ਨਾਲ ਸਭ ਕੁਝ ਪਤਾ ਲੱਗ ਜਾਂਦਾ। ਸਹੀ ਦਸਵੇਂ ਪਾਤਸ਼ਾਹ ਨੂੰ ਇਹ ਪਿੱਛੇ ਜੇ ਇੱਕ ਸਿੰਘ ਕਹਿੰਦਾ, ਆਪਣੀ ਕੌਮ 'ਚ ਬਥੇਰੇ ਬੈਠੇ ਆ ਚੜ੍ਹਦੀ ਕਲਾ ਵਾਲੇ, ਕਹਿੰਦਾ ਮਹਾਰਾਜ ਕੋਈ ਚੱਲਦੀ ਸੀ ਫਲਾਨੇ ਦੀ ਬੜੀ ਵੱਡੀ ਆ, ਫਲਾਨੇ ਦੇ ਇਲਮ ਹੈ ਆ। ਮਹਾਰਾਜ ਕਹਿੰਦੇ ਆਪਣੇ ਸਿੱਖਾਂ 'ਚ ਤਾਂ ਬਸ ਆਨੰਦ ਸਾਹਿਬ ਹੀ ਆ। ਬਸ ਕਹਿੰਦੇ ਮੈਨੂੰ ਤਾਂ ਆਨੰਦ ਸਾਹਿਬ ਹੀ ਚੰਗਾ ਲੱਗਦਾ, ਆਨੰਦ ਸਾਹਿਬ ਦੇ ਵਿੱਚ ਬਹੁਤ ਬਖਸ਼ਿਸ਼ ਹੈ। ਇਸ ਕਰਕੇ ਸਾਰੇ ਜਣੇ ਆਨੰਦ ਸਾਹਿਬ ਦੀ ਬਖਸ਼ਿਸ਼ ਨੂੰ ਸੰਭਾਲੋ ਰੋਜ਼। ਹੁਣ ਜਿਵੇਂ ਕੋਈ ਮਹਾਂਪੁਰਖਾਂ ਕੋਲ ਆਇਆ, ਕਹਿੰਦਾ ਮਹਾਰਾਜ ਉਹ ਬੋਰ ਕਰਨ ਲੱਗੇ ਆ, 3 ਵਾਰੀ ਘਰ ਹਟੇ ਆ ਤੇ ਉਹ ਪਾਣੀ ਨਹੀਂ ਨਿਕਲਦਾ ਥੱਲਿਓਂ। ਮਹਾਂਪੁਰਖ ਕਹਿੰਦੇ ਦੇਗ ਬਣਾ ਕੇ ਜਪਜੀ ਸਾਹਿਬ ਕਰਨਾ, ਨਾਲ 3 ਆਨੰਦ ਸਾਹਿਬ ਕਰਕੇ ਅਰਦਾਸ ਕਰਿਓ। ਕਹਿੰਦੇ ਜਦ 3 ਆਨੰਦ ਸਾਹਿਬ ਕਰਕੇ ਅਰਦਾਸ ਕੀਤੀ, ਥੱਲਿਓਂ ਜਲ ਨਿਕਲਿਆ। ਕੋਈ ਕੰਮ ਅੜ ਜੇ ਤੁਹਾਡਾ, ਦੇਗ ਬਣਾ ਕੇ ਜਪਜੀ ਸਾਹਿਬ ਕਰਕੇ 3 ਆਨੰਦ ਸਾਹਿਬ ਕਰਕੇ ਬੇਨਤੀ ਕਰਿਆ ਕਰੋ। ਕਲਗੀਧਰ ਮਹਾਰਾਜ ਨੇ ਲਿਖਿਆ ਹੋਇਆ ਸੂਰਜ ਪ੍ਰਕਾਸ਼ ਵੀ 3 ਆਨੰਦ ਸਾਹਿਬ ਕਰੋਗੇ ਤਾਂ ਮਹਾਰਾਜ ਦੀ ਕਿਰਪਾ ਹੋਵੇਗੀ। ਵੈਸੇ ਵੀ ਆਨੰਦ ਸਾਹਿਬ ਦੇ 5 ਪਾਠ ਰੋਜ਼ ਕਰੀ ਜਾਓ, ਕਿਰਪਾ ਕਰਨਗੇ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ। ਅੰਗੀਕਾਰੋ ਕਰੇ ਤੇਰਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਮਨੋ ਮੇਰੇ ਸਾਚੇ ਸਾਹਿਬਾ, ਕਿਆ ਨਹੀਂ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ, ਨਾਮ ਜਿਨ ਕੈ ਮਨ ਵਸਿਆ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਯਾਦ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਸਦਾ ਕੁਰਬਾਨ ਕੀਤਾ, ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਪੰਚ ਦੂਤ ਤੁਧ ਵਸ ਕੀਤੇ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ। ਨਾਮ ਹਰਿ ਕੈ ਲਾਗੇ, ਆਨੰਦ ਸੁਣੋ ਵਡ ਭਾਗਿਓ। ਪਾਰ ਬ੍ਰਹਮ ਪ੍ਰਭ ਪਾਇਆ, ਦੁਖ ਰੋਗ ਸੰਤਾਪ ਉਤਰੇ। ਸੰਤ ਸਾਜਨ ਭਏ ਸਰਸੇ, ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ। ਵਾਜੇ ਅਨਹਦ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ। ਦਿਵਸ ਰਾਤ ਦੋਇ ਦਾਈ ਦਾਇਆ,
ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਧਿਆਇਆ ਗਏ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।